मारू महला पहला। आपे आप उपाय निराला। साचा थान कियो दयाला। आपे आप उपाय निराला। साचा थान कियो दयाला। पौन पानी अग्नि का बंधन। काया कोट रचाएंदा। नौ घर थापे थापण हारै। दसवें वासा अलख अपार। सायर सपत भरे जल निर्मल। गुरमुख मैल ना लाएंदा। राव सस दीपक जोत सबाई। आपे कर वेखै वड्याई। जोत स्वरूप सदा सुख दाता। सच्चे शोभा पाएंदा। वाहिगुरु जी का खालसा वाहिगुरु जी की फतेह। परम सन्मानयोग जुगो जुग अटल श्री गुरु ग्रंथ साहब जी की मुकद्दस गोद विच विराजमान बहुत ही आदरणीय गुरु स्वरूप साध संगत जी, बहुत वडभागे हो जो इस पदार्थवादी वातावरण के हुंदियां होयां भी आप जी गुरु चरनां नाल जुड़े होए हो। दास तो पहला गुरु सवारियां ने आशा की वार दे शब्द कीर्तन आप जी नूं सरवण करवाए हैं। उपरंत जो लड़ीवार श्री गुरु ग्रंथ साहब जी के पवित्र बचनों की कथा विचार चल रही है, उस अधीन आप जी ने हुणे हुणे दास पासों जो बचन सरवण किए हैं, इस सिख कौम के बानी साहिब श्री गुरु नानक देव महाराज जी की रचना तो उचारण किए हुए श्री गुरु ग्रंथ साहब जी के पावन अंग 1036 ते दर्ज हैं। आप जी नाल भाई साहब स्टेज तो विचार साझे करके गए ने। बहुत सारे गुरमुख प्यारे जिहड़े नेम नाल गुरुद्वारे आउंदे ने उन्होंने पता है भी लगभग 2-2.5 साल पहला भी एक बिध बनी सी जदों आप जी दे दीदार कीते सन। और भावें कैनेडा विच आउंदियां नूं भी 22 साल 25 साल हो गए ने, पर इस गुरुद्वारा साहब विच संगत दे दीदार करन दा पिछली वारी पहली बार वक्त मिलिया सी। और वो 1 महीना मेरे जहन विच बैठ गया, क्योंकि बहुत सारा ढेर सारा प्यार मिलिया सी, संगत वालों रिस्पॉन्स मिली सी। फिर इत्थों की प्रबंधक कमेटी ने स्पॉन्सरशिप भेजी, वीज़ा भी लग गया। दैवनेत वीज़ा लग के आ गया तो पिता जी अकाल चलाना कर गए।
ਉਹਨਾਂ ਦੇ ਭੋਗ ਤੱਕ ਅਟਕਣਾ ਲਾਜ਼ਮੀ ਸੀ। ਇੰਨੀ ਦੇਰ ਨੂੰ ਜੋ ਕੋਵਿਡ-19 ਦਾ ਹੀ ਬੈਨ ਲੱਗਦਾ ਉਹ ਲੱਗ ਗਿਆ, ਲਿਹਾਜ਼ਾ ਉਹ ਵੀਜ਼ਾ ਐਕਸਪਾਇਰ ਹੋ ਗਿਆ, ਉਹਨੂੰ ਯੂਜ਼ ਨਹੀਂ ਕਰ ਸਕੇ। ਫਿਰ ਦੁਬਾਰਾ ਇੱਥੋਂ ਦੀ ਪ੍ਰਬੰਧਕ ਕਮੇਟੀ ਸਰਦਾਰ ਬੇਅੰਤ ਸਿੰਘ ਜੀ ਚਾਨਾ ਸਾਹਿਬ ਨੇ ਫਿਰ ਤੀਜੀ ਵਾਰ ਸਪਾਂਸਰਸ਼ਿਪ ਭੇਜੀ। ਏਜੰਟ ਕਹਿਣ ਲੱਗੇ ਵੀ ਨਹੀਂ ਲੱਗ ਸਕਦੀ। ਫਿਰ ਚੌਥੀ ਵਾਰ ਭੇਜੀ, ਫਿਰ ਪੰਜਵੀਂ ਵਾਰ ਭੇਜੀ, ਫਿਰ ਛੇਵੀਂ ਵਾਰ ਚਾਨਾ ਸਾਹਿਬ ਕਹਿਣ ਲੱਗੇ ਗਿਆਨੀ ਜੀ ਤੁਸੀਂ ਆਉਣਾ ਨਹੀਂ ਚਾਹੁੰਦੇ। ਮੈਂ ਕਿਹਾ ਜੀ ਮੈਂ ਆਉਣਾ ਚਾਹੁੰਦਾ, ਪਰ ਇਹ ਸਮੱਸਿਆ ਹੈ। ਨਹੀਂ ਹੁਣ ਤੁਸੀਂ ਲਗਾਓ, ਹੁਣ ਲੱਗ ਰਹੀਆਂ ਨੇ। ਉਹਨਾਂ ਨੇ ਵੀ ਕਿਹਾ ਜੀ ਹੁਣ ਲੱਗ ਰਹੀਆਂ ਨੇ, ਔਰ ਉਸ ਲੱਗੀ ਨੂੰ ਫਿਰ 5-7 ਮਹੀਨੇ ਨਿਕਲ ਗਏ। ਫਿਰ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਵੀ ਤੁਹਾਡੇ ਇੱਥੋਂ ਦੇ ਲੋਕਲ MP ਸਾਹਿਬ ਨੂੰ ਕਹਿ ਕੇ, ਤੇ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਤੋਂ ਸਿਫਾਰਿਸ਼ ਪਵਾ ਕੇ ਤੇ ਤੁਹਾਡੇ ਦਰਸ਼ਨ ਮੈਨੂੰ ਕਰਵਾਏ ਨੇ। ਤਾਂ ਮੈਂ ਤੁਹਾਡਾ ਵੀ ਧੰਨਵਾਦੀ ਹਾਂ, ਔਰ ਖਾਸ ਕਰਕੇ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਬਹੁਤ ਸਾਰਾ ਲਗਭਗ 2 ਸਾਲ ਲਗਾਤਾਰ ਹੀ ਤਰੱਦਦ ਚੱਲਦਾ ਰਿਹਾ ਵੀ ਹੁਣ ਕਿੱਥੋਂ ਤੱਕ ਪਹੁੰਚ ਗਈ ਹੈ ਪ੍ਰੋਸੈਸਿੰਗ, ਹੁਣ ਕਿੱਥੋਂ ਤੱਕ। ਤਾਂ ਅੱਜ ਸਵੇਰੇ 6:30 ਵਜੇ ਲਗਭਗ ਜੋ ਲੈਂਡ ਕੀਤਾ ਪਲੇਨ, ਮੈਂ ਤੁਹਾਡੇ ਚਰਨਾ ਸਿੰਘ ਕਹਿੰਦੇ ਹਨ ਕੋਈ ਗੱਲ ਨਹੀਂ ਕੀਰਤਨ ਕਰ ਲਾਂਗੇ ਜੇ ਥਕਾਵਟ ਹੈ ਤੇ। ਮੈਂ ਕਿਹਾ ਜੀ ਕੋਈ ਥਕਾਵਟ ਨਹੀਂ, ਮੈਂ ਬੜਾ ਬੇਵਲ ਹਾਂ ਵੀ ਮੈਂ ਕਦੋਂ ਸੰਗਤਾਂ ਦੇ ਦਰਸ਼ਨ ਕਰਾਂ। ਸੋ ਆਓ, ਆਉਣ ਵਾਲਾ ਸਾਰਾ ਮਹੀਨਾ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਹੈ। ਭਗਤ ਬਾਣੀ ਦੀ ਵਿਚਾਰ ਸ਼ਾਮ ਦੇ ਦੀਵਾਨ ਵਿੱਚ ਆਰੰਭੀ ਗਈ ਹੈ। ਲੜੀਵਾਰ ਵਿਚਾਰਧੀਨ 2 ਪਦਿਆਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ ਆਪਣਾ ਸਮਰੱਥ ਹੱਥ ਸਿਰ ਤੇ ਰੱਖ ਕੇ ਵਿਚਾਰ ਕਰਵਾ ਲੈਣ। ਇਸ ਤੋਂ ਪਹਿਲਾਂ ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਨਿਮਰ ਬੇਨਤੀਆਂ ਕਰੇ। ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਸੋ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਗੁਰੂ ਮੰਤਰ ਦਾ ਰਟਨ ਕਰੀਏ। ਕੋਈ ਇੱਕ ਰਸਨਾ ਵੀ ਵਾਂਝੀ ਨਾ ਰਵੇ। ਇੱਕੇ ਵਾਰ ਕਹਿਣ ਤੇ ਪ੍ਰਵਾਨ ਕਰ ਲੈਣਾ। ਤੇ ਆਖੋ ਜੀ ਸਤਨਾਮ ਸ੍ਰੀ। ਪ੍ਰੇਮੀਓ, ਲਗਾਤਾਰ ਮਹੀਨਾ ਮੈਂ ਸੇਵਾ ਕਰਨੀ ਹੈ। ਦੋਵੇਂ ਵੇਲੇ ਮੈਂ ਗੁਰੂ ਮੰਤਰ ਦਾ ਰਟਨ ਕਰਾਣਾ ਤੁਹਾਡੇ ਤੋਂ। ਪਹਿਲੀ ਵਾਰ ਹੀ ਜੇ ਰਿਸਪੌਂਸ ਮਿਲ ਗਈ ਤੇ ਮੈਂ ਦੂਜੀ ਵਾਰੀ ਖੇਚਲ ਨਹੀਂ ਦੇਣੀ, ਦੂਜੀ ਵਾਰੀ ਮਿਲ ਗਈ ਤੇ ਤੀਜੀ ਵਾਰੀ ਨਹੀਂ ਦੇਣੀ। ਉਹਨਾਂ ਚਿਰ ਮੈਂ ਖਵਾਈ ਜਾਣਾ ਜਿੰਨਾ ਚਿਰ ਤੁਸੀਂ ਸਾਰਿਆਂ ਨੇ ਗੱਜ ਕੇ ਆਖਿਆ ਨਾ। ਇੱਕ ਵਾਰੀ ਫਿਰ ਖੇਚਲ ਦਿਆਂ, ਕੋਈ ਰਸਨਾ ਵਾਂਝੀ ਨਾ ਰਵੇ। ਵੇਖੋ, ਇਹ ਕੋਈ ਸੰਗਣ ਚੱਕਣ ਵਾਲੀ ਗੱਲ ਨਹੀਂ ਵੀ ਤੁਸੀਂ ਇੱਥੇ ਵਾਹਿਗੁਰੂ ਕਹੋ, ਕੋਈ ਦਰਵਾਜ਼ੇ ਤੋਂ ਐਂਟਰ ਹੋਵੇ, ਉਹ ਕਹੇ ਮੈਂ ਗੁਰਦੁਆਰੇ ਗਿਆ ਸਾਂ, ਫਲਾਣਾ ਤੇ ਸਤਨਾਮ ਵਾਹਿਗੁਰੂ ਕਹਿ ਰਿਹਾ ਸੀ, ਫਲਾਣੀ ਤੇ ਵਾਹਿਗੁਰੂ ਕਹਿ ਰਹੀ ਸੀ। ਇਹਦੇ 'ਚ ਸ਼ਰਮ ਵਾਲੀ ਕਿਹੜੀ ਗੱਲ ਹੈ? ਇਹ ਤੇ ਮਾਣ ਵਾਲੀ ਗੱਲ ਹੈ। ਇਸ ਲਈ ਪ੍ਰੇਮੀਓ, ਇਹ ਆਟੋਮੈਟਿਕ ਇੱਕ ਸਿਸਟਮ ਹੈ ਵੀ ਤੁਹਾਡੇ ਅਕਾਊਂਟ ਵਿੱਚ ਵਾਹਿਗੁਰੂ ਜਮ੍ਹਾਂ ਹੋ ਜਾਂਦਾ ਹੈ। ਉਹ ਜਦੋਂ ਕਿਤੇ ਤੁਸੀਂ ਦੇਖਣਾ ਹੈ ਨਾ, ਤੁਸੀਂ ਹੈਰਾਨ ਰਹਿ ਜਾਣਾ ਹੈ ਵੀ ਜੇ 2 ਵਾਰਾਂ ਵੀ ਰੋਜ਼ ਆਖੀਏ ਤੇ ਸਾਲ ਵਿੱਚ 700 ਵਾਰ ਆਖਿਆ ਜਾਂਦਾ ਹੈ। ਇਸ ਲਈ ਗੁਰੇਜ਼ ਨਹੀਂ, ਪਿਆਰ ਨਾਲ ਔਰ ਇਕੱਠੇ ਹੋ ਕੇ ਬੇਨਤੀ ਮੰਨੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਹਾਜ਼ਰੀਨ ਸਾਧ ਸੰਗਤ ਜੀ, ਮਾਰੂ ਸ਼ਬਦ ਜਿਹੜਾ ਹੈ ਉਹ ਸਾਡੇ ਕਹਿੰਦੇ ਨੇ ਰੇਗਿਸਤਾਨ ਨੂੰ। ਕੁਝ ਰਾਗਾਂ ਦਾ ਮਾਤਰਾਵਾਂ ਦੇ ਹਿਸਾਬ ਨਾਲ ਨਾਮ ਪੈਂਦੇ ਨੇ, ਔਰ ਕੁਝ ਜਿਹੜੇ ਰਾਗ ਨੇ ਉਹਨਾਂ ਦਾ ਭੂਗੋਲਿਕ ਖਿੱਤਿਆਂ ਦੇ ਹਿਸਾਬ ਨਾਲ ਵੀ ਪੈਂਦਾ ਹੈ। ਬਹੁਤ ਸਾਰਾ ਰਾਜਸਥਾਨ ਵਿੱਚ ਗਾਏ ਜਾਣ ਵਾਲੇ ਰਾਗ, ਮਾਰੂ ਧਰਤੀ ਦੇ ਉੱਤੇ ਗਾਏ ਜਾਣ ਵਾਲੇ ਰਾਗ ਜਿਹੜੇ ਨੇ, ਮਹੱਲਾ ਪਹਿਲਾ ਪ੍ਰਤੀਕ ਹੈ ਇਸ ਗੱਲ ਦਾ ਵੀ ਇਹ ਹਜ਼ੂਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਦਰਗਾਹੀ ਬੋਲ ਹਨ, ਆਪੇ ਆਪ ਉਪਾਏ ਨਰਾਲਾ, ਸਾਚਾ ਥਾਨ ਕੀਓ ਦਇਆਲਾ। ਨਿਰੰਕਾਰ ਨੇ ਆਪਣੇ ਆਪ ਨੂੰ ਪੈਦਾ ਕੀਤਾ, ਆਪਣੀ ਸ੍ਰਿਸ਼ਟੀ ਪੈਦਾ ਕੀਤੀ, ਔਰ ਫਿਰ ਇਸ ਰੂਹੇ ਜ਼ਮੀਨ ਦੇ ਉੱਤੇ ਵਾਹਿਗੁਰੂ ਨੇ ਆਪਣੇ ਵਾਸਤੇ ਇੱਕ ਇਮਾਰਤ ਬਣਾਈ, ਬਿਲਡਿੰਗ ਬਣਾਈ।
ਅਸੀਂ ਉਹਨੂੰ ਬਿਲਡਿੰਗ ਵੀ ਕਹਿ ਲੈਂਦੇ ਹਾਂ, ਇਮਾਰਤ ਵੀ ਕਹਿ ਲੈਂਦੇ ਹਾਂ, ਘਰ ਵੀ ਕਹਿ ਲੈਂਦੇ ਹਾਂ, ਮਕਾਨ ਵੀ ਕਹਿ ਲੈਂਦੇ ਹਾਂ। ਵੈਸੇ ਤਾਂ ਸਾਡੇ ਹੁਣ ਜੋ ਸਨਾਤਨ ਮਤ ਦੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਅਸੀਂ ਮੰਦਿਰ ਕਹਿਣ ਲੱਗ ਪਏ ਹਾਂ। ਵੈਸੇ ਉਹਦਾ ਪ੍ਰੋਪਰ ਨਾਮ ਹੁੰਦਾ ਸੀ ਦੇਵਾਲਿਆ, ਜਿੱਥੇ ਦੇਵਤਿਆਂ ਦੀਆਂ ਮੂਰਤੀਆਂ ਨੇ। ਦੇਵ ਪਲੱਸ ਆਲਿਆ ਬਰਾਬਰੇ ਦੇਵਾਲਿਆ। ਮੰਦਿਰ ਸ਼ਬਦ ਜਿਹੜਾ ਸੀ ਗੁਰਬਾਣੀ ਵਿੱਚ ਉਹ ਇਮਾਰਤਾਂ ਵਾਸਤੇ ਵਰਤਿਆ ਜਾਂਦਾ ਸੀ। ਜਿਵੇਂ ਅੰਤ ਕਾਲ ਜੋ ਮੰਦਿਰ ਸਿਮਰੈ ਐਸੀ ਚਿੰਤਾ ਮੈਂ। ਬੰਦੇ ਨੇ ਸਾਰੀ ਉਮਰ ਮਿਹਨਤ ਕੀਤੀ ਹੈ, ਜੌਬ ਕੀਤੀ ਹੈ, ਪੂਰਿਆ ਜੋੜ ਕੇ ਰਕਮ ਜੋੜੀ ਹੈ, ਰਿਟਾਇਰਮੈਂਟ ਤੋਂ ਪਹਿਲਾਂ ਸੋਚਦਾ ਮੇਰਾ ਘਰ ਬਣ ਜਾਏ। ਘਰ ਬਣ ਗਿਆ, ਹੁਣ ਉਸ ਘਰ ਵਿੱਚ ਵਿਸ਼ਰਾਮ ਕਰ ਰਿਹਾ ਹੈ। ਅੰਤਮ ਸਮਾਂ ਆ ਗਿਆ, ਲੇਟਿਆ ਹੋਇਆ, ਛੱਤ ਵੱਲ ਦੇਖ ਰਿਹਾ। ਸਾਰੀ ਉਮਰ ਦੀ ਪੂੰਜੀ ਲਗਾ ਦਿੱਤੀ ਹੈ, ਘਰ ਬੜਾ ਵਧੀਆ ਬਣ ਗਿਆ। ਲੋਕ ਵੀ ਤਾਰੀਫ ਕਰਦੇ ਨੇ, ਪਰ ਅਫਸੋਸ ਹੈ ਹੰਡਾਣਾ ਨਹੀਂ ਮਿਲਿਆ। ਹੁਣ ਕਿਉਂਕਿ ਮੈਂ ਸਖਤ ਬਿਮਾਰ ਹਾਂ ਔਰ ਡਾਕਟਰ ਕਹਿੰਦੇ ਨੇ ਤੂੰ ਬਚਣਾ ਨਹੀਂ, ਸੁਰਤ ਮਕਾਨ ਵਿੱਚ ਰਹਿ ਗਈ। ਮਹਾਰਾਜ ਕਹਿੰਦੇ ਨੇ ਪ੍ਰੇਤ ਜੋਨ ਵੱਲ ਅਵਤਰ ਹੈ। ਉਹ ਕਹਿੰਦੇ ਤੇਰੇ ਰਹਿਣ ਦਾ ਚਾਅ ਪੂਰਾ ਕਰ ਦਿਆਂਗੇ, ਸਰੀਰ ਤੇ ਤੇਰਾ ਇੱਥੇ ਨਹੀਂ ਰਹਿ ਸਕੇਗਾ, ਪਰ ਤੇਰੀ ਰੂਹ ਇਹਦੇ ਵਿੱਚ ਭਟਕਦੀ ਰਹੇਗੀ। ਇਸ ਲਈ ਉਸ ਵੇਲੇ ਸੁਰਤ ਜਿਹੜੀ ਹੈ ਵਾਹਿਗੁਰੂ ਵੱਲ ਜਾਣੀ ਚਾਹੀਦੀ ਹੈ, ਹੋਰ ਕਿਸੇ ਪਾਸੇ ਨਾ ਜਾਏ। ਨਾ ਮਕਾਨ ਵੱਲ ਜਾਏ, ਨਾ ਸੰਤਾਨ ਵੱਲ ਜਾਏ, ਨਾ ਪੈਸੇ ਵੱਲ ਜਾਏ, ਨਾ ਪ੍ਰਭਤਾ ਵੱਲ ਜਾਏ, ਸਿਰਫ ਵਾਹਿਗੁਰੂ ਵੱਲ ਜਾਏ। ਤੇ ਫਿਰ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੈ ਹਿਰਦੈ ਵਸੈ। ਹੁਣ ਮੰਦਿਰ ਸ਼ਬਦ ਨੂੰ ਕਲੀਅਰ ਕਰਨ ਲਈ ਮੈਂ ਇਹ ਤੁਹਾਡਾ 1 ਮਿੰਟ ਜ਼ਾਇਆ ਕੀਤਾ ਹੈ, ਖਰਚ ਕੀਤਾ ਹੈ। ਹਰਿਮੰਦਰ ਇਹ ਸਰੀਰ ਹੈ। ਇੱਕ ਭੂਗੋਲਿਕ ਪੱਖੋਂ ਹਰਿਮੰਦਰ ਹੈ ਜਿਹਦੇ ਨਾਲ ਸਾਡੀਆਂ ਸਿਧਾਂਤਕ ਸਾਂਝਾਂ ਨੇ, ਭਾਵਨਾਤਮਕ ਸਾਂਝਾਂ ਵੀ ਨੇ। ਸਤ ਸੰਗਤ ਬਹੁਤ ਵਾਰ ਬਾਣੀਕਾਰਾਂ ਨੇ ਸਾਡੇ ਸਰੀਰ ਨੂੰ, ਸਾਡੀ ਬਾਡੀ ਨੂੰ ਹਰੀ ਮੰਦਰ ਕਿਹਾ ਹੈ। ਹਰੀ ਮੰਦਰ ਮੀਨ ਜਿਹਦੇ ਵਿੱਚ ਹਰੀ ਦਾ ਵਾਸਾ ਹੈ, ਹਰੀ ਇਹਦੇ ਚ ਨਿਵਾਸ ਕਰਦਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਸਾਚਾ ਥਾਨ ਕੀਓ ਦਇਆਲਾ। ਦਇਆਲਾ ਮੈਨੇ ਦਇਆ ਆਲਿਆ, ਦਇਆ ਦਾ ਘਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਰਹਿਣ ਵਾਸਤੇ ਇਹ ਸਰੀਰ ਬਣਾਇਆ। ਇਹ ਸਰੀਰ ਮਾਨੋ ਉਹਦੀ ਅਕਾਮੋਡੇਸ਼ਨ ਹੈ, ਇਹ ਸਰੀਰ ਉਹਦੀ ਰਿਹਾਇਸ਼ ਹੈ। ਦੂਜੇ ਸ਼ਬਦਾਂ 'ਚ ਇੰਜ ਕਹਿ ਲਈਏ ਵੀ ਇਸ ਸਰੀਰ ਵਿੱਚ ਉਹ ਵਾਸ ਕਰਦਾ ਹੈ। ਜੇ ਜਾਣਨਾ ਹੋਵੇ ਵੀ ਉਸ ਦਾ ਨਿਵਾਸ ਕਿੱਥੇ ਹੈ, ਤੇ ਹਜ਼ੂਰ ਕਹਿੰਦੇ ਨੇ ਨਿਰੰਕਾਰ ਨੇ ਇਹ ਸਰੀਰ ਆਪਣੇ ਰਹਿਣ ਵਾਸਤੇ ਬਣਾਇਆ ਹੈ। ਘਟ ਘਟ ਮੈਂ ਹਰ ਜੂ ਬਸੈ, ਬੇਅੰਤ ਪ੍ਰਮਾਣ ਨੇ। ਔਰ ਇਹ ਜਿਹੜਾ ਘਰ ਬਣਾਇਆ, ਅਸਥਾਨ ਬਣਾਇਆ, ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ। ਵੈਸੇ ਆਮ ਤੌਰ ਤੇ ਅਸੀਂ ਕੋਟ ਸ਼ਬਦ ਜੋ ਬਸਤਰਾਂ ਨਾਲ ਰਿਲੇਟਡ ਇੱਕ ਹਿੱਸਾ ਹੈ ਉਹਨੂੰ ਵੀ ਕਹਿ ਦਿੰਦੇ ਹਾਂ, ਪਰ ਗੁਰਬਾਣੀ ਵਿੱਚ ਜ਼ਿਆਦਾਤਰ ਕੋਟ ਸ਼ਬਦ ਜਿਹੜਾ ਹੈ ਉਹ ਜਾਂ ਤੇ ਗਿਣਤੀ ਦੇ ਕਰੋੜ ਵਾਸਤੇ ਆਇਆ ਹੈ ਜਾਂ ਕਿਲੇ ਵਾਸਤੇ ਆਇਆ ਹੈ। ਕੱਕੇ ਨੂੰ ਹੋੜਾ ਟੈਂਕਾ ਔਂਕੜ ਇੱਕ ਕਿਲਾ, ਕੱਕੇ ਨੂੰ ਹੋੜਾ ਟੈਂਕਾ ਮੁਕਤਾ ਬਹੁਤੇ ਕਿਲੇ। ਔਰ ਕੱਕੇ ਨੂੰ ਹੋੜਾ ਟੈਂਕੇ ਨੂੰ ਜੇ ਹੁਸ਼ਿਆਰੀ ਹੈ ਤੇ ਕਰੋੜ ਦੀ ਗਿਣਤੀ ਵੀ ਹੋ ਸਕਦਾ ਪ੍ਰਕਰਨ ਦੇ ਹਿਸਾਬ ਨਾਲ, ਤੇ ਕਿਲੇ ਦੇ ਵਿੱਚ ਦੀ ਸੈਂਸ ਵਿੱਚ ਵੀ ਹੋ ਸਕਦਾ ਹੈ। ਇਹ ਸਰੀਰ ਮਾਨੋ ਇੱਕ ਕਿਲਾ ਜਿਹੜਾ ਹੈ ਨਿਰੰਕਾਰ ਨੇ ਬਣਾਇਆ ਹੈ। ਔਰ ਇਹ ਬਣਾਇਆ ਕਾਹਦਾ ਹੈ? ਪੌਣ ਪਾਣੀ ਅਗਨੀ ਕਾ ਬੰਧਨ। ਸਾਡਾ ਜਿਹੜਾ ਸਰੀਰ ਹੈ ਇਹ 5 ਤੱਤਾਂ ਦਾ ਹੈ। ਇਹਦੇ ਵਿੱਚ ਪ੍ਰਧਾਨ ਜਿਹੜਾ ਤੱਤ ਹੈ ਉਹ ਪਾਣੀ ਹੈ। ਮੰਨ ਲਿਆ ਕਿਸੇ ਦਾ ਵਜ਼ਨ 1 ਕੁਇੰਟਲ ਹੈ, ਤੇ ਤੁਸੀਂ ਮੈਡੀਕਲ ਸਾਇੰਸ ਵਾਲੇ ਜਿਹੜੇ ਸੱਜਣ ਨੇ ਉਹਨਾਂ ਨਾਲ ਡਿਸਕਸ ਕਰੋ, ਉਹ ਕਹਿੰਦੇ ਨੇ ਸੰਭਾਵਨਾ ਹੈ ਵੀ 65 ਤੋਂ 75 ਲੀਟਰ ਪਾਣੀ ਹੈ। ਹਵਾ ਹੈ, ਪਾਣੀ ਹੈ, ਅਗਨੀ ਹੈ, ਇਹਨਾਂ ਤੱਤਾਂ ਨੂੰ ਇਕੱਠਾ ਕਰਕੇ ਇੱਕ ਸਰੀਰ ਬਣਾ ਦਿੱਤਾ ਹੈ, ਬੋਡੀ ਬਣਾ ਦਿੱਤੀ ਹੈ। ਔਰ ਇਹ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ, ਉਸ ਨਿਰੰਕਾਰ ਨੇ ਇਹ ਕਿਲਾ ਰਚਾ ਦਿੱਤਾ ਆਪਣੇ ਨਿਵਾਸ ਕਰਨ ਵਾਸਤੇ। ਹੁਣ ਤੁਸੀਂ ਵੇਖੋ, ਜਿਸ ਮਨੁੱਖ ਨਾਲ ਸਾਡਾ ਪਿਆਰ ਹੋਵੇ ਅਸੀਂ ਉਹਦੀ ਖੈਰੀਅਤ ਮੰਗਦੇ ਹਾਂ, ਉਹਦੇ ਘਰ ਦੀ ਵੀ ਅਸੀਂ ਖੈਰੀਅਤ ਮੰਗਦੇ ਹਾਂ।
ਮੰਨ ਲਿਆ ਵੀ ਕਿਸੇ ਵਿਅਕਤੀ ਨਾਲ ਸਾਡੀ ਬਹੁਤ ਮਿੱਤਰਤਾ ਹੈ, ਬਹੁਤ ਪਿਆਰ ਹੈ, ਤੇ ਜਿਹੜੇ ਘਰ ਵਿੱਚ ਉਹ ਰਹਿੰਦਾ ਹੈ ਜੇ ਉਹਨੂੰ ਕੋਈ ਅਕਸ਼ਤੀ ਪਹੁੰਚਾਏ, ਨੁਕਸਾਨ ਪਹੁੰਚਾਏ, ਤਾਂ ਅਸੀਂ ਖਬਰਦਾਰ ਕਰਾਂਗੇ ਕਿ ਬਲਡੋਜ਼ਰ ਲੈ ਕੇ ਢਾਵਾਂਗੇ। ਤੁਸੀਂ ਕਹੋਗੇ ਅਸੀਂ ਉਹਨੂੰ ਅਵੇਅਰ ਕਰਾਂਗੇ, ਅਸੀਂ ਉਹਦੀ ਇਮਦਾਦ ਕਰਾਂਗੇ। ਤੇ ਜੇ ਅਸੀਂ ਇਹ ਹਾਰਟਲੀ ਐਕਸੈਪਟ ਕਰ ਲਈਏ ਬਈ ਇਹ ਜਿਤਨੇ ਸਰੀਰ ਬੈਠੇ ਨੇ ਨਿਰੰਕਾਰ ਦਾ ਨਿਵਾਸ ਸਥਾਨ ਨੇ, ਫਿਰ ਕੀ ਕਿਸੇ ਨਾਲ ਵੈਰ ਰਹਿ ਜਾਏਗਾ? ਫਿਰ ਕੀ ਅਸੀਂ ਕਿਸੇ ਦਾ ਮਾਲੀ ਨੁਕਸਾਨ ਕਰਾਂਗੇ, ਜਾਨੀ ਨੁਕਸਾਨ ਕਰਾਂਗੇ, ਆਲੋਚਨਾ ਕਰਾਂਗੇ, ਨਫ਼ਰਤ ਕਰਾਂਗੇ? ਤੁਸੀਂ ਕਹੋਗੇ ਬਿਲਕੁਲ ਨਹੀਂ ਕਰਾਂਗੇ। ਸ਼ਾਇਦ ਇਹੀ ਕਾਰਨ ਸੀ ਕਿ ਜਦੋਂ ਬਾਣੀਕਾਰਾਂ ਨੇ ਕਿਹਾ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਮੈਂ ਤੇ ਜਿੱਧਰ ਦੇਖਣਾ ਮੈਨੂੰ ਗੋਬਿੰਦ ਦਿਸਦਾ। ਭਾਈ ਸਾਹਿਬ ਭਾਈ ਕਨਈਆ ਜੀ ਦੀ ਸਾਖੀ ਅਸਾਂ ਸਿੱਖੀਜ਼ਮ ਨਾਲ ਰਿਲੇਟਡ ਲੋਕਾਂ ਨੇ ਮੇਰਾ ਖਿਆਲ ਹੈ ਹਜ਼ਾਰਾਂ ਵਾਰ ਤੋਂ ਵੀ ਜ਼ਿਆਦਾ ਵਾਰ ਸੁਣੀ ਵੀ ਹੋਵੇਗੀ ਔਰ ਈਵਨ ਸੁਣਾਈ ਵੀ ਹੋਵੇਗੀ। ਉਹਨੂੰ ਸੁਣਾਉਣ ਦਾ ਕੋਈ ਲਾਭ ਨਹੀਂ ਕਿਉਂਕਿ ਬਹੁਤ ਵਾਰ ਸੁਣੀ ਹੈ, ਕੋਈ ਫਰੈਸ਼ ਗੱਲ ਕਰੋ। ਪਰ ਉਹਦੇ ਵਿੱਚ ਮੈਸੇਜ ਕੀ ਹੈ? ਉਹਨਾਂ ਨੂੰ ਸਾਰਿਆਂ ਵਿੱਚ ਹੀ ਨਿਰੰਕਾਰ ਦੇ ਦੀਦਾਰ ਹੁੰਦੇ ਨੇ, ਔਰ ਅਫਸੋਸ ਸਿੱਖ ਨੂੰ ਸਿੱਖ ਵਿੱਚੋਂ ਵੀ ਨਿਰੰਕਾਰ ਦੇ ਦੀਦਾਰ ਨਹੀਂ ਹੁੰਦੇ। ਉਹ ਕਹਿੰਦਾ ਇਹ ਅਕਾਲੀ ਹੈ ਤੇ ਮੈਂ ਟਕਸਾਲੀ ਹਾਂ, ਇਹ ਮਿਸ਼ਨਰੀ ਹੈ ਮੈਂ ਨਾਨਕਸਰੀਆਂ ਵਾਂ, ਇਹ ਜੱਟ ਹੈ ਤੇ ਇਹ ਪਾਪਾ ਹੈ, ਇਹ ਰਾਮਗੜੀਆ ਹੈ, ਇਹ ਛਿੰਬਾ ਹੈ, ਇਹ ਝੂਰ ਹੈ, ਇਹ ਮਜਬੀ ਹੈ, ਰਵਦਾਸੀਆ ਹੈ, ਇਹ ਮਝੈਲ ਹੈ, ਇਹ ਦੁਆਬੀਆ ਹੈ, ਇਹ ਮਲਵਈ ਹੈ, ਇਹ ਕੰਢੀ ਦੇ ਇਲਾਕੇ ਦਾ। ਤੋ ਹੋਇਆ ਕਿ ਉਹਦੇ ਨਾਲ ਗ੍ਰੰਥ ਨੂੰ ਮੰਨਣ ਵਾਲਾ ਜਿਹੜਾ ਪੰਥ ਸੀ ਉਹ ਤਾਰ-ਤਾਰ ਹੋ ਗਿਆ, ਕਮਜ਼ੋਰ ਹੋ ਗਿਆ। ਔਰ ਦੂਸਰੀ ਇਹਦੇ ਨਾਲ ਇੱਕ ਖਸ਼ਤੀ ਹੁੰਦੀ ਹੈ, ਮੈਂ ਬੇਨਤੀ ਕਰਾਂ, ਜਦੋਂ ਸਾਨੂੰ ਸਾਰਿਆਂ 'ਚ ਗੋਬਿੰਦ ਨਹੀਂ ਦਿਸਦਾ, ਸਾਨੂੰ ਕੋਈ ਮਿੱਤਰ ਦਿਸਦਾ ਹੈ, ਕੋਈ ਦੁਸ਼ਮਣ ਦਿਸਦਾ ਹੈ, ਤੇ ਉੱਥੇ ਹੁੰਦਾ ਕੀ ਹੈ? ਬੜੇ ਧਿਆਨ ਨਾਲ ਬੇਨਤੀ ਨੂੰ ਸੁਣਨਾ। ਬਚਨ ਤੇ ਤੁਸੀਂ ਰੋਜ਼ ਪੜ੍ਹਦੇ ਹੋ, ਪਰ ਆਮ ਤੌਰ ਤੇ ਪਤਾ ਕੀ ਹੁੰਦਾ, ਜਦੋਂ ਤਹਈਆ ਕਰ ਲਈ ਵੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤੇ ਬੜੀ ਵਧੀਆ ਗੱਲ ਹੈ। ਹੁਣ ਮੇਰੇ ਕੋਲ ਘੰਟੇ ਦਾ ਸਮਾਂ ਹੈ, ਮੈਂ ਘੰਟੇ 'ਚ ਪਾਠ ਕਰ ਦੇਣਾ। ਨਮਸਕਾਰ ਹੈ ਉਹਨਾਂ ਰੂਹਾਂ ਦੇ ਚਰਨਾਂ ਵਿੱਚ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ। ਪਰ ਉਂਝ ਜੇ ਅਸੀਂ ਰੋਜ਼ ਇੱਕ ਪਾਠ ਕਾਹਲੀ ਵਿੱਚ ਕਰਨ ਦੀ ਬਜਾਏ 2 ਦਿਨਾਂ ਵਿੱਚ ਇੱਕ ਪਾਠ ਕਰ ਲਈਏ ਤੇ ਥੋੜ੍ਹਾ ਜਿਹਾ ਠਹਿਰਾਅ ਵਿੱਚ ਕਰੀਏ, ਤੇ ਤੁਸੀਂ ਪ੍ਰਯੋਗ ਕਰਕੇ ਵੇਖੋ, ਤੁਸੀਂ ਪਾਓਗੇ ਵੀ ਇਹਦਾ ਲਾਭ ਹੋਇਆ। ਕਿਉਂਕਿ ਪੜ੍ਹੀ ਜਾਣਾ ਚੰਗੀ ਗੱਲ ਹੈ, ਪਰ ਇੱਕ ਅਗਲਾ ਸਟੈਪ ਹੈ ਉਹਨੂੰ ਵਿਚਾਰਨਾ। ਪਾਠ ਪੜ੍ਹੇ ਹੋਏ ਪੁੰਨ ਮਹਾਨਾ। ਆਮ ਤੌਰ ਤੇ ਜਿਹੜਾ ਪਾਠ ਕਰਦਾ ਹੈ ਨਾ, ਇੱਥੇ ਤੇ ਥੋੜੇ ਵਿਰਲੇ ਵਾਂਗੇ, ਉੱਥੇ ਇੰਡੀਆ ਜਿਹੜੇ ਪਾਠੀ ਨੇ ਪਾਠ ਕਰਦੇ ਨੇ, ਉਹ ਅੱਛਾ ਇਹ ਕੌਣ ਹੈ ਜੀ? ਉਹ ਕਹਿੰਦੇ ਜੀ ਪਾਠੀ ਹੈ। ਤੋ ਜਿੱਦਾਂ ਕੋਈ ਲੋ ਜੀ ਕਾਸਟ ਦਾ ਬੰਦਾ ਹੁੰਦਾ ਹੈ ਜੀ, ਇੱਦਾਂ ਥੋੜ੍ਹੀ ਇਸ ਸੈਂਸ 'ਚ ਲੋਕੀ। ਮਹਾਰਾਜ ਕੀ ਕਹਿੰਦੇ ਨੇ? ਪਾਠ ਕਰੇ ਹੋਏ ਪੁੰਨ ਮਹਾਨਾ। ਬਈ ਇਹ ਤੇ ਬੜਾ ਪੁੰਨ ਦਾ ਕੰਮ ਕਰਦਾ, ਇਹ ਤੇ ਬੜਾ ਚੰਗਾ ਕੰਮ ਕਰਦਾ। ਜਿਨ੍ਹਾਂ ਨੂੰ ਪਾਠ ਨਹੀਂ ਕਰਨਾ ਆਉਂਦਾ ਉਹਨਾਂ ਨੂੰ ਪਾਠ ਕਰਕੇ ਸੁਣਾਉਂਦਾ। ਪਰ ਨਾਲ ਫਿਰ ਉਹਨੂੰ ਆਕਸੀਜਨ ਦੇ ਕੇ ਨਾ ਪਾਠੀ ਨੂੰ, ਤੇ ਥੋੜਾ ਜਿਹਾ ਚਾਬਕ ਵੀ ਮਾਰ ਦਿੱਤਾ ਕਿ ਨਾਹਿਨ ਪ੍ਰਾਪਤ ਆਤਮ ਗਿਆਨਾ। ਮਿੱਤਰਾ, ਪਾਠ ਕਰ ਕਰਕੇ ਸੁਣਾਈ ਜਾ, ਜੇ ਵਿਚਾਰਦਾ ਨਹੀਂ, ਤੁਰਦਾ ਨਹੀਂ, ਤੇ ਆਤਮ ਗਿਆਨ ਨਹੀਂ ਪ੍ਰਾਪਤ ਹੋਵੇਗਾ। ਕਰ ਵਿਚਾਰ ਜਬ ਹਿਰਦੇ ਵਸਾਵੇ, ਜਦੋਂ ਇਹਨੂੰ ਵਿਚਾਰ ਕਰਕੇ ਹਿਰਦੇ 'ਚ ਵਸਾਏਗਾ, ਔਰ ਸਭ ਵਿਵਹਾਰਨ ਵਿਖੇ ਕਮਾਵੇ, ਫਿਰ ਉਹਨੂੰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਇੰਪਲੀਮੈਂਟ ਕਰੇਗਾ, ਫਿਰ ਇਹ ਗੁਰਬਾਣੀ ਤੇਰਾ ਅੱਗਾ ਸਵਾਰੇਗੀ, ਫਿਰ ਇਹ ਤੇਰੇ ਜੀਵਨ ਵਿੱਚ ਕ੍ਰਾਂਤੀ ਲਿਆਵੇਗੀ। ਪਾਠ ਕਰਨਾ ਹੈ ਨਹੀਂ ਜੀ, ਉਹ ਕਹਿੰਦੇ ਨੇ ਪਾਠ ਕਰਨ ਦਾ ਕੋਈ ਫਾਇਦਾ ਨਹੀਂ, ਇੱਦਾਂ ਨਹੀਂ ਕਹਿੰਦੇ। ਪਾਠ ਕਰਨਾ ਹੈ, ਪਰ ਪਾਠ ਕਰਨ ਦਾ ਜ਼ਿਆਦਾ ਫਾਇਦਾ ਤਾਂ ਹੈ ਜੇ ਉਹਨੂੰ ਵਿਚਾਰ ਕੇ ਕਰੀਏ। ਤੇ ਇਹ ਨਹੀਂ ਪਾਠ ਕਰਨਾ, ਪ੍ਰਾਇਮਰੀ ਸਕੂਲ 'ਚ ਜਾਣਾ ਹੀ ਨਹੀਂ, ਸਿੱਧਾ ਹਾਈ ਸਕੂਲ 'ਚ ਦਾਖਲਾ ਲੈਣਾ, ਇਹ ਨਹੀਂ ਹੋਵੇਗਾ। ਪਾਠ ਕਰਨਾ ਹੈ, ਫਿਰ ਉਹਨੂੰ ਵਿਚਾਰਨਾ ਹੈ, ਫਿਰ ਉਹਨੂੰ ਅਪਲਾਈ ਕਰਨਾ ਹੈ। ਹੁਣ ਸੁਖਮਨੀ ਸਾਹਿਬ ਦੇ ਬਚਨ ਨੇ, ਜਬ ਧਾਰੈ ਕੋਊ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਵੇਖੋ, ਕੋਈ ਪਾਠ ਕਰਦਾ ਹੈ, ਕੋਈ ਨਾਮ ਜਪਦਾ ਹੈ, ਕੋਈ ਸੇਵਾ ਕਰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਤੱਕ ਤੇਰੇ ਮਨ ਵਿੱਚ ਇਹ ਵਿਚਾਰ ਹੈ ਵੀ ਇਹ ਮੇਰਾ ਮਿੱਤਰ ਹੈ, ਇਹ ਮੇਰਾ ਦੋਸਤ ਹੈ, ਇਹ ਮੇਰਾ ਦੁਸ਼ਮਣ ਹੈ, ਤੇਰਾ ਚਿੱਤ ਨਹੀਂ ਟਿਕ ਸਕਦਾ। ਅੱਛਾ ਮਹਾਰਾਜ, ਇਹ ਦੱਸੋ ਵੀ ਚਿੱਤ ਟਿਕਾ ਕੇ ਕਰਨਾ ਕੀ ਹੈ? ਤੇ ਹਜ਼ੂਰ ਕਹਿੰਦੇ ਨੇ, ਚਿੱਤ ਇਸ ਕਰਕੇ ਟਿਕਾਣਾ ਹੈ
ਵੀ ਜਦੋਂ ਤੱਕ ਚਿੱਤ ਨਾ ਟਿਕੇ ਉਦੋਂ ਤੱਕ ਜਪੇ ਹੋਏ ਦਾ ਲਾਭ ਹੀ ਕੋਈ ਨਹੀਂਗਾ। ਜਬ ਧਾਰੈ ਕੋਊ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ। ਕਾਹੇ ਕੋ ਕੀਜੈ ਧਿਆਨ ਜਪੰਨਾ ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਭਗਤ ਨਾਮਦੇਵ ਸਾਹਿਬ ਮਹਾਰਾਜ। ਇਸ ਲਈ ਕੀ ਕਰਨਾ ਹੈ, ਕੋਸ਼ਿਸ਼ ਕਰਨੀ ਹੈ ਗੁਰਬਾਣੀ ਨੂੰ ਵਿਚਾਰ ਕੇ ਅਸੀਂ ਨਿਰੰਕਾਰ ਵਰਗੇ ਬਣੀਏ, ਏਕ ਓੰਕਾਰ ਬਣੀਏ, ਸਤਨਾਮ ਬਣੀਏ, ਕਰਤਾ ਪੁਰਖ ਬਣੀਏ, ਨਿਰਭਉ ਬਣੀਏ। ਔਰ ਨਿਰਭਉ ਉਦੋਂ ਤੱਕ ਬੰਦਾ ਹੋ ਨਹੀਂ ਸਕਦਾ ਜਦੋਂ ਤੱਕ ਨਿਰਵੈਰ ਨਾ ਹੋਵੇ। ਜਿਹਦਾ ਕਿਸੇ ਨਾਲ ਵੈਰ ਹੋਵੇ ਨਾ, ਉਹਨੂੰ ਹਰ ਵੇਲੇ ਖਦਸ਼ਾ ਬਣਿਆ ਰਹਿੰਦਾ ਵੀ ਮੈਨੂੰ ਮਾਰ ਨਾ ਦੇ, ਭੇਸ ਬਦਲ ਕੇ ਨਾ ਆ ਜਾਏ, ਕਿਤੇ ਲੁੱਕ ਕੇ ਨਾ ਬੈਠਾ ਹੋਵੇ, ਕੋਈ 10-20 ਬੰਦੇ ਨਾਲ ਲੈ ਕੇ ਨਾ ਆ ਜਾਏ। ਤੋ ਜਦੋਂ ਤੱਕ ਅਸੀਂ ਨਿਰਵੈਰ ਨਹੀਂ ਉਦੋਂ ਤੱਕ ਨਿਰਭਉ ਵੀ ਨਹੀਂ ਹੋ ਸਕਦੇ। ਇਸ ਵਾਸਤੇ ਨਿਰਵੈਰ ਹੋਣਾ ਹੈ। ਇੱਕ ਬੜੀ ਸੋਹਣੀ ਵਿਚਾਰ ਕਿਸੇ ਜ਼ਮਾਨੇ ਗੁਰਮੁਖ ਸਿੰਘ ਮੁਸਾਫਰ ਨੇ ਲਿਖੀ ਸੀ। ਉਹ ਕਹਿੰਦਾ ਵੀ ਇਹਦਾ ਬਹੁਤ ਵਧੀਆ ਤਰੀਕਾ ਹੈ ਵੀ ਬੁੱਧੀ ਬੱਚਿਆਂ ਵਰਗੀ ਬਣਾ ਲਓ। ਬੱਚਿਆਂ ਵਰਗੀ। ਸਾਨੂੰ ਕੋਈ ਥੋੜੀ ਜਿਹੀ ਗੱਲ ਅਪਮਾਨਜਨਕ ਕਹਿ ਦੇ, ਅਸੀਂ ਮਰਦੇ ਦਮ ਤੱਕ ਨਹੀਂ ਭੁੱਲਦੇ। ਇਹਦੇ ਨਾਲ ਗੱਲ ਨਹੀਂ ਕਰਨੀ, ਇਹਦੇ ਨਾਲ ਵਰਤਣਾ ਨਹੀਂ। ਆਪਣਾ ਕੋਈ ਬੱਚਾ ਵਰਤੇ ਤੇ ਉਹਨੂੰ ਕਹਿਣਾ ਇਹਨੇ ਤੇ ਮੇਰੀ ਇਨਸਲਟ ਕੀਤੀ, ਤੂੰ ਇਹਨੂੰ ਜੱਫੀਆਂ ਪਾ ਪਾ ਕੇ ਮਿਲਣਾ। ਯਾਨੀ ਗੁਰਮੁਖ ਸਿੰਘ ਮੁਸਾਫਰ ਦੀ ਕਵਿਤਾ ਬੜੀ ਪ੍ਰਸਿੱਧ ਹੋਈ ਸੀ। ਉਹਨਾਂ ਨੇ 2 ਪਾਤਰ ਬਣਾਏ, ਬੀਰਾ ਤੇ ਧੀਰਾ। ਤੇ ਬੀਰੇ ਨੂੰ ਤੇ ਧੀਰੇ ਨੂੰ ਪਾਤਰ ਬਣਾ ਕੇ ਸਾਨੂੰ ਗੱਲ ਸਮਝਾਈ। ਗਲੀ ਵਿੱਚ ਖੇਡਦਿਆਂ ਖੇਡਦਿਆਂ ਬੱਚੇ ਲੜ ਪਏ। ਧੀਰਾ ਡਾਢਾ ਸੀ, ਬੀਰਾ ਥੋੜਾ ਜਿਹਾ ਸੋਹਲ ਸੀ। ਤੋ ਬੀਰੇ ਨੂੰ ਧੀਰੇ ਮਾਰਿਆ, ਮਾਂ ਉਹਦੀ ਉਹਨੂੰ ਤਾੜਿਆ। ਉਹਨੇ ਆਪਣੀ ਮਾਂ ਨੂੰ ਦੱਸਿਆ ਵੀ ਮਾਂ ਮੈਨੂੰ ਧੀਰੇ ਨੇ ਕੁੱਟਿਆ। ਹੁਣ ਬੀਰੇ ਦੀ ਮਾਂ ਗਲੀ ਚ ਆ ਗਈ, ਤੂੰ ਹੋਵੇਂ ਕੌਣ ਮੇਰੇ ਪੁੱਤਰ ਨੂੰ ਕੁੱਟਣ ਵਾਲਾ। ਬੀਰੇ ਦੀ ਮਾਂ ਨੂੰ ਵੇਖ ਕੇ ਧੀਰੇ ਦੀ ਮਾਂ ਵੀ ਆ ਗਈ। ਬੱਚਿਆਂ ਦੀ ਲੜਾਈ, ਬੱਚਿਆਂ ਦਾ ਝਗੜਾ ਵੱਡਿਆਂ ਵਿੱਚ ਚਲਾ ਗਿਆ। ਬੱਚੇ ਤੇ ਪਰਾਂ ਚਲੇ ਗਏ, ਉਹਨਾਂ ਨੂੰ ਦੋਵਾਂ ਨੂੰ ਪਤਾ ਹੀ ਲੱਗਾ ਕਦੋਂ ਜਾ ਕੇ ਇਕੱਠੇ ਖੇਡਣ ਲੱਗ ਪਏ। ਮਾਵਾਂ ਲੜਨ ਲੱਗ ਪਈਆਂ। ਬੀਰੇ ਨੂੰ ਧੀਰੇ ਮਾਰਿਆ, ਮਾਂ ਉਹਦੀ ਉਹਨੂੰ ਤਾੜਿਆ। ਉਹਨ ਆਪਣੀ ਮਾਂ ਨੂੰ ਦੱਸਿਆ, ਗਾਲਾਂ ਦਾ ਮੀਂਹ ਫਿਰ ਵਸਿਆ। ਫਿਰ ਮੁਸਾਫਰ ਸਾਹਿਬ ਲਿਖਦੇ ਨੇ ਵੀ ਇੱਕ ਦੂਜੇ ਦੀਆਂ ਗੁੱਤਾਂ ਪੁੱਟੀਆਂ, ਲੜ ਭਿੜ ਕੇ ਜਦੋਂ ਹਟੀਆਂ, ਬੀਰੇ ਦੀ ਮਾਂ ਬੀਰਾ ਲੱਭੇ, ਧੀਰੇ ਦੀ ਮਾਂ ਧੀਰਾ ਲੱਭੇ। ਉਹ ਆਉਂਦੇ ਨੇ ਹੱਸਦੇ, ਦਿਲ ਦੀ ਸਫਾਈ ਦੱਸਦੇ, ਲੜ ਭਿੜ ਕੇ ਇੱਕੋ ਹੋ ਗਏ, ਵੱਡਿਆਂ ਨੇ ਝਾਟੇ ਖੋਹ ਲਏ। ਮਾਵਾਂ ਬੱਚਿਆਂ ਕਰਕੇ ਲੜੀਆਂ, ਬੱਚੇ ਫਿਰ ਇਕੱਠੇ ਪੈ ਖੇਡਦੇ ਨੇ। ਉਹਦੀ ਬਾਂਹ ਉਹਦੇ ਗਲ 'ਚ, ਉਹਦੀ ਬਾਂਹ ਉਹਦੇ ਗਲ ਵਿੱਚ, ਤੇ ਉਹ ਗਲੀ ਵਿੱਚ ਦੌੜੇ ਹੁੰਦੇ ਨੇ ਹੱਸਦੇ ਹੱਸਦੇ, ਤੇ ਮਾਵਾਂ ਲੜ ਲੜ ਕੇ ਬੇਹਾਲ ਹੋ ਗਈਆਂ ਨੇ। ਇਸ ਲਈ ਗੁਰਬਾਣੀ ਕਹਿੰਦੀ ਹੈ ਪਾਇਓ ਬਾਲ ਬੁੱਧ ਸੁਖ ਰੇ। ਸਿੱਖਾ ਬੱਚਿਆਂ ਵਰਗੀ ਬੁੱਧੀ ਬਣਾ ਲੈ। ਹੁਣੇ ਕੋਈ ਗੱਲ ਹੋਈ ਏ, ਹੁਣੇ ਉਹਨੂੰ ਅੰਦਰੋਂ ਹੂੰਝ ਕੇ ਬਾਹਰ ਕੱਢ ਦੇ, ਉਹ ਜਾਣੇ ਕੁਛ ਨਹੀਂ। ਵੈਰ ਦੀ ਪੱਕੀ ਗੰਢ ਨਹੀਂ ਅੰਦਰ ਰੱਖਣੀ। ਸਾਧ ਕੀ ਸਜਨ ਤਾਈ ਪਾਹਨ ਕੀ ਰੇਖ ਪ੍ਰੀਤ, ਬਹਿਰ ਜਲ ਰੇਖ ਹੋਏ ਬਿਸ਼ੇਕ ਸਾਧ ਸੰਗ ਮੈਂ। ਭਾਈ ਗੁਰਦਾਸ ਜੀ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਗੁਰਸਿੱਖ ਹੈ ਨਾ, ਉਹਦੀ ਮਿੱਤਰਤਾ ਤੇ ਹੋਵੇ ਜਿਵੇਂ ਪੱਥਰ ਤੇ ਲਕੀਰ ਹੈ। ਪੱਥਰ ਦੇ ਉੱਤੇ ਲਕੀਰ, ਤੇ ਜਿਹੜੀ ਦੁਸ਼ਮਣੀ ਅਬਲ ਤੇ ਹੋਵੇ ਹੀ ਨਾ, ਤੇ ਖੁਦਾ ਨਾ ਖਾਸਤਾ ਵਕਤੀ ਤੌਰ ਤੇ ਗੁੱਸਾ ਆ ਜਾਏ ਨਾ, ਤੇ ਉਹ ਇਦਾਂ ਹੋਵੇ ਜਿਵੇਂ ਪਾਣੀ 'ਚ ਲਕੀਰ ਹੁੰਦੀ ਹੈ। ਹੁਣ ਪਾਣੀ 'ਚ ਲਕੀਰ ਕਿਹੜੀ ਟਿਕਦੀ ਹੈ? ਯਾਨੀ ਦੁਸ਼ਮਣੀ ਹੋਵੇ ਹੀ ਨਾ। ਮਿੱਤਰਤਾ ਜਿਹੜੀ ਹੈ ਉਹ ਪੱਥਰ ਤੇ ਲਕੀਰ ਵਰਗੀ ਹੋਵੇ। ਹੁਣ ਤੇ ਉਸ ਤਰ੍ਹਾਂ ਦੇ ਮਿੱਤਰ ਖਿਮਾ ਕਰਨਾ ਲੱਭਦੇ ਨਹੀਂ, ਬੀਜ ਨਾਸ ਤੇ ਨਹੀਂ। ਪਰ ਜਦੋਂ ਤੁਸੀਂ ਮਿੱਤਰ ਸ਼ਬਦ ਕੱਢੋਗੇ ਨਾ, ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਮੀਤ ਕੱਢੋਗੇ ਮਹਾਨ ਕੋਸ਼ ਵਿੱਚ, ਉੱਥੇ ਭਾਈ ਸਾਹਿਬ ਨੇ 2-3 ਕਵਿਤ ਬੜੇ ਸੋਹਣੇ ਲਿਖੇ ਨੇ। ਚਲਦੀ ਵਿਚਾਰ 'ਚ ਮੇਰੇ ਜ਼ਿਹਨ 'ਚ ਆ ਗਏ ਨੇ, ਲਿਹਾਜ਼ਾ ਮੈਂ ਆਪ ਜੀ ਨਾਲ ਸਾਂਝੇ ਕਰ ਲਾਂ। ਉਹ ਕਹਿੰਦੇ ਜੇ ਕਿਸੇ ਦਾ ਮਿੱਤਰ ਬਣਨਾ ਹੈ ਨਾ, ਫਰੈਂਡ ਸਰਕਲ ਤੇਰਾ ਬਹੁਤ ਹੈ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ ਵੀ ਬਹੁਤ ਲੋਕ ਨੇ, ਵਟਸਐਪ ਤੇ ਵੀ ਬਹੁਤ ਨੇ, ਫਿਜ਼ੀਕਲੀ ਵੀ ਬਹੁਤ ਮਿਲਦੇ ਗਿਲਦੇ ਨੇ। ਪਰ ਮਿੱਤਰ ਬਣਾ, ਮਿੱਤਰ ਬਣ, ਪਰ ਇੱਕ ਗੱਲ ਚੇਤਾ ਰੱਖੀ, ਮਿੱਤਰ ਹੋਣਾ ਕਿਸ ਤਰ੍ਹਾਂ ਦਾ ਚਾਹੀਦਾ ਹੈ। ਕਹਿਣ ਲੱਗੇ ਮੀਤ ਜੋ ਕਹਾਏ ਪਰੈ ਦੁੱਖ ਨਾ ਸਹਾਏ ਕਰੈ, ਜਾਨੀਏ ਨਾ ਮੀਤ ਤਾਂ ਕੋ ਪਾਤ ਕੀ ਸੋ ਭਾਰੀ ਹੈ। ਮਿੱਤਰ ਬਣ ਗਿਆ, ਮਿੱਤਰ ਅਖਵਾਨਾ ਹੈ, ਤੇ ਤੇਰੇ ਮਿੱਤਰ ਦੇ ਉੱਤੇ ਮੁਸੀਬਤ ਪੈ ਗਈ ਏ, ਤੇ ਹੁਣ ਤੂੰ ਉਹਦੀ ਬਾਤ ਨਹੀਂ ਪੁੱਛਦਾ, ਫਿਰ ਤੂੰ ਮਿੱਤਰ ਕਾਹਦਾ ਹੈ? ਸਾਡੀ ਮਿੱਤਰਤਾ ਤੇ ਇਸ ਤਰ੍ਹਾਂ ਨਾ ਵੀ ਜਬ ਲਗ ਪੈਸਾ ਗਾਂਠ ਮੇ ਤਬ ਲਗ ਤਾਂ ਕੋ ਯਾਰ, ਯਾਰ ਸੰਗ ਹੀ ਸੰਗ ਡੋਲੇ, ਪੈਸਾ ਰਹਾ ਨਾ ਪਾਸ, ਯਾਰ ਮੁਖ ਸੇ ਨਹੀਂ ਬੋਲੇ।
ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ। ਸੁਖ ਮੈਂ, ਦੁੱਖ ਮੈਂ ਨਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ। ਜਦੋਂ ਕਲਗੀਧਰ ਪਾਤਸ਼ਾਹ ਸਾਰਾ ਪਰਿਵਾਰ ਸਰਬੰਸ ਵਾਰ ਕੇ ਹੇਰਾਂ ਗਏ ਨਾ, ਮਾਲਵੇ ਦੇ ਗੜ੍ਹ 'ਚ ਪਿੰਡ ਹੈ ਲੁਧਿਆਣੇ ਜ਼ਿਲ੍ਹੇ 'ਚ, ਸ਼ਾਇਦ ਹੁਣ ਜਗਰਾਉਂ 'ਚ ਆ ਗਿਆ ਹੋਵੇ, ਹੇਰਾਂ। ਤੇ ਇੱਥੇ ਮੰਤ ਕਿਰਪਾਲ ਦਾਸ ਰਹਿੰਦਾ ਸੀ ਨਾ। ਜਦੋਂ ਮਹਾਰਾਜ ਗਏ ਤੇ ਨੇ ਆਓ ਭਗਤ ਕੀਤੀ, ਬਿਠਾਇਆ, ਜਲ ਪਾਣੀ ਛਕਾਇਆ। ਗੁਰਸਿੱਖ ਸਨ ਨਾਲ, ਭਾਈ ਮਾਨ ਸਿੰਘ ਸਨ, ਦਇਆ ਸਿੰਘ ਸਨ, ਧਰਮ ਸਿੰਘ ਸਨ। ਤੇ ਅਗਲੀ ਸਵੇਰ ਕੁਝ ਧਨ ਤੇ ਸਿਰੋਂ ਪਾਓ ਲੈ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਗਿਆ। ਮਤਲਬ ਕੀ ਸੀ ਉਹਦਾ? ਉਹ ਧਨ ਅੱਗੇ ਰੱਖ ਕੇ ਮੱਥਾ ਟੇਕਿਆ, ਗਲ ਦੇ ਵਿੱਚ ਲੋਈ ਪਾ ਦਿੱਤੀ। ਮਤਲਬ ਇਹ ਸੀ ਵੀ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਚੱਲੋ ਅੱਗੇ। ਪਰਖ ਹਮੇਸ਼ਾ ਮੁਸੀਬਤ ਵਿੱਚ ਹੁੰਦੀ ਹੈ। ਮੈਨੂੰ ਖਿਮਾ ਕਰਨਾ, ਤੁਸੀਂ ਮੇਰੇ ਨਾਲੋਂ ਸਿਆਣੇ ਬੈਠੇ ਹੋ, ਦਾਨੇ ਹੋ, ਰੋਸ਼ਨ ਦਿਮਾਗ ਹੋ, ਪਰ ਤੁਸੀਂ ਬਿਠਾਇਆ ਹੈ ਤੇ ਮੈਂ ਹੁਣ ਕੁਛ ਨਾ ਕੁਛ ਸ਼ੇਅਰ ਤੇ ਕਰਨਾ ਹੈ। ਪਰਖ ਹਮੇਸ਼ਾ ਦੁੱਖ ਵਿੱਚ ਹੁੰਦੀ ਹੈ, ਮੁਸੀਬਤ ਵਿੱਚ ਹੁੰਦੀ ਹੈ, ਅੱਗੋਂ ਪਿੱਛੋਂ ਨਹੀਂ ਹੁੰਦੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾਡਤ, ਕੋਉ ਨਾ ਆਵਤ ਨੇਰੈ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋਉ ਕਾਮਨਾ। ਮੀਤ ਜੋ ਕਹਾਏ ਪਰੈ ਦੁੱਖ ਨਾ ਸਹਾਏ ਕਰੈ, ਉਹ ਦੁੱਖ ਵਿੱਚ ਸਹਾਇਤਾ ਨਾ ਕਰੇ। ਜਾਨੀਏ ਨਾ ਮੀਤ ਤਾਂ ਕੋ ਪਾਤ ਕੀ ਸੋ ਭਾਰੀ ਹੈ। ਉਹਨੂੰ ਮਿੱਤਰ ਨਹੀਂ ਕਹਿਣਾ ਚਾਹੀਦਾ, ਉਹ ਬੜਾ ਵੱਡਾ ਪਾਪੀ ਹੈ। ਨਿਜ ਦੁੱਖ ਮੇਰ ਕੈਸੋ ਜਾਨ ਹੈ ਤਨੂਕਾ ਤੁਲ। ਆਪਣਾ ਬਹੁਤ ਵੱਡਾ ਦੁੱਖ, ਸਮੇਰ ਪਰਬਤ ਜਿੱਡਾ ਦੁੱਖ ਵੀ ਤਿਨਕੇ ਜਿੱਡਾ ਜਾਣ ਕੇ ਮਿੱਤਰ ਨੂੰ ਦੱਸੇ ਹੀ ਨਾ। ਇਹ ਤੰਗੀ ਮੰਨੇਗਾ, ਟੈਨਸ਼ਨ ਕਰੇਗਾ ਵੀ ਮੇਰੇ ਮਿੱਤਰ ਨੂੰ। ਆਪਣਾ ਵੱਡਾ ਦੁੱਖ ਵੀ ਛੋਟਾ ਕਰਕੇ ਦੱਸੇ ਤੇ ਮਿੱਤਰ ਦਾ ਛੋਟਾ ਜਿਹਾ ਦੁੱਖ ਵੀ ਬਹੁਤ ਵੱਡਾ ਕਰਕੇ ਸਮਝੇ। ਲੱਭੇਗਾ ਕੋਈ ਮਿੱਤਰ ਹੋਵੇ ਜ਼ਮੀਨ ਤੇ ਇਸ ਤਰ੍ਹਾਂ ਦਾ? ਬੀਜ ਨਾਸ ਨਹੀਂ, ਪਰ ਬਹੁਤ ਘੱਟ। ਮਿੱਤਰ ਦੁੱਖ ਤਿਨਕਾ ਸੋ ਮੇਰ ਤੇ ਅਪਾਰੀ ਹੈ, ਲੇਤ ਦੇਤ ਸ਼ੰਕ ਨਾ ਵਿਪਤ ਮੈਂ ਸਨੇਹੋ ਚੌਨੀ। ਵਿਚਕਾਰ ਇੱਕ ਹੋਰ ਪੰਕਤੀ ਹੈ, ਕੁਪੱਥ ਮਿਟਾਵੇ ਸੁਪੱਥ ਲਗਾਵੇ, ਅਵਗਣਨ ਦਰਾਵੇ ਪ੍ਰਗਟਾਵੇ ਗੁਣਕਾਰੀ ਹੈ। ਜੇ ਮਿੱਤਰ ਭੈੜੇ ਰਾਹ ਤੇ ਚੱਲ ਪਿਆ ਤੇ ਉਹਦੀ ਵੀਡੀਓ ਨਾ ਬਣਾਏ, ਉਹਦੀ ਰਿਕਾਰਡਿੰਗ ਨਾ ਕਰੇ, ਉਹਨੂੰ ਗੁੱਟ ਤੋਂ ਫੜ ਕੇ ਕੋਲ ਬਾ ਕੇ ਕਹੇ, ਮਿੱਤਰਾ ਜਿਹੜੇ ਰਸਤੇ ਤੇ ਤੂੰ ਤੁਰ ਰਿਹਾ ਨਾ, ਇਹ ਸ਼ਮਸ਼ਾਨ ਭੂਮੀ ਜਾਂਦਾ ਹੀ, ਇਹ ਵਧੀਆ ਰਸਤਾ ਨਹੀਂ। ਆ ਜਿਹੜੀ ਤੂੰ ਲੋਕਾਂ ਨਾਲ ਚੀਟਿੰਗ ਕਰਨਾ ਹੈ, ਬੇਈਮਾਨੀ ਕਰਨਾ ਹੈ, ਜਿਹੜਾ ਤੂੰ ਵਿਸ਼ੇ ਵਿਕਾਰਾਂ ਦੇ ਚੱਕਰ 'ਚ ਪੈ ਗਿਆ, ਭੈੜੀ ਸੰਗਤ 'ਚ ਬਹਿਣਾ ਸ਼ੁਰੂ ਹੋ ਗਿਆ, ਇਹ ਰਸਤਾ ਅੱਛੀ ਜਗ੍ਹਾ ਤੇ ਨਹੀਂ ਜਾਂਦਾ। ਉਹਨੂੰ ਸਮਝਾਏ, ਨਾ ਕਿ ਉਹਦੀ ਵੀਡੀਓ ਬਣਾ ਕੇ ਵਾਇਰਲ ਕਰਦਾ। ਕੁਪੱਥ ਮਿਟਾਵੇ, ਭੈੜੇ ਰਾਹ ਤੇ ਤੁਰੇ ਮਿੱਤਰ ਤੇ ਦੂਜਾ ਮਿੱਤਰ ਨੂੰ ਹਟਾਵੇ, ਉਹਨੂੰ ਰੋਕੇ। ਸੁਪੱਥ ਲਗਾਵੇ, ਚੰਗੇ ਰਸਤੇ ਤੇ ਪਾਵੇ। ਅਵਗਣਨ ਦਰਾਵੇ, ਮਿੱਤਰ ਦੀ ਗੈਰ ਹਾਜ਼ਰੀ 'ਚ ਕੋਈ ਆਲੋਚਨਾ ਕਰੇ ਤੇ ਉੱਥੇ ਖੜਾ ਹੋ ਜਾਏ, ਨਾ ਵੀ ਨਾ ਮੇਰੇ ਮਿੱਤਰ 'ਚ ਐਬ ਨਹੀਂ। ਭਾਈ ਸਾਹਿਬ ਕਹਿੰਦੇ ਨੇ ਹੋਵੇ ਵੀ ਤਾਂ ਵੀ ਬਜਿੱਦ ਹੋ ਜਾਏ, ਨਾ ਨਾ ਇਹ ਗੱਲ ਕੋਈ ਨਹੀਂ ਗੀ, ਝੂਠ ਮਾਰਦੇ ਹੋ ਤੁਸੀਂ। ਅਵਗਣਨ ਦਰਾਵੇ, ਅਵਗਣ ਲੁਕਾਵੇ, ਪ੍ਰਗਟਾਵੇ ਗੁਣਕਾਰੀ ਹੈ। ਔਰ ਲੈਣ ਦੇਣ ਲੱਗਿਆ ਸ਼ੰਕਾ ਕਰੇ ਹੀ ਨਾ। ਮਿੱਤਰ ਮਾਲੀ ਪੱਖੋਂ ਕਮਜ਼ੋਰ ਹੈ, ਚਾਰ ਠੀਕਰੀਆਂ ਦਿੱਤੀਆਂ ਨੇ, ਵਾਪਸੀ ਦੀ ਤੇ ਉਮੀਦ ਹੀ ਨਾ ਰੱਖ। ਕਾਹਦੇ ਤੋਂ ਵਾਪਸ ਲੈਣੇ ਨੇ? ਤੂੰ ਮਦਦ ਕੀਤੀ ਹੈ, ਮਿੱਤਰ ਗਰੀਬ ਹੈ, ਜਦੋਂ ਉਹ ਤੇਰੇ ਬਰਾਬਰ ਹੋ ਜਾਏਗਾ, ਤੇਰੇ ਤੋਂ ਅੱਗੇ ਲੰਘ ਜਾਏਗਾ, ਫਿਰ ਤੂੰ ਮਦਦ ਲੈ ਲਈ। ਲੇਤ ਦੇਤ ਸ਼ੰਕ ਨਾ, ਲੈਣ ਦੇਣ ਲੱਗਿਆ ਸ਼ੰਕਾ ਨਾ ਕਰੇ ਵੀ ਮੋੜੇਗਾ ਕਿੱਥੋਂ। ਵਿਪਤ ਮੈਂ ਸਨੇਹੀ ਚੌਨੋ, ਤੇ ਸਾਨੂੰ ਤੇ ਪਤਾ ਲੱਗ ਜਾਏ ਵੀ ਇਹਨੇ ਮੰਗਣੇ ਨੇ ਤੇ ਉਹ ਵੈਸੇ ਹੀ ਆ ਜਾਏ ਤੇ ਅਸੀਂ ਗੱਲ ਛੇੜ ਲੈਂਦੇ ਹਾਂ ਵੀ ਬੜਾ ਕੰਮ ਖਰਾਬ ਹੋਇਆ, ਬਹੁਤ ਟਾਈਟ ਚੱਲ ਰਿਹਾ ਕੰਮ, ਕਾਰੋਬਾਰ ਤੇ ਬਿਲਕੁਲ ਖਤਮ ਹੋ ਗਿਆ, ਪੈਸਾ ਜ਼ਹਿਰ ਖਾਣ ਲਈ ਬਟੂਏ ਦੇ ਵਿੱਚ ਪੈਸਾ। ਇਹ ਮੰਗ ਨਾ ਲਵੇ, ਮੈਂ ਪਹਿਲਾਂ ਹੀ ਕਹਿ ਦਿਆਂ ਵੀ ਮੇਰੇ ਕੋਲ ਹੈ ਹੀ ਨਹੀਂ ਗੇ। ਹੁਣ ਇਹ ਕਾਹਦਾ ਮਿੱਤਰ ਹੈ? ਇਹ ਤੇ ਬੋਝ ਹੈ ਧਰਤੀ ਦੇ ਉੱਤੇ। ਲੇਤ ਦੇਤ ਸ਼ੰਕ ਨਾ ਵਿਪਤ ਮੈਂ ਸਨੇਹੀ ਚੌਨੋ। ਜਿੰਨਾ ਆਮ ਹਾਲਤਾਂ 'ਚ ਪਿਆਰ ਕਰਦਾ ਹੈ ਨਾ, ਵਿਪਤਾ ਵਿੱਚ ਉਦੋਂ 4 ਗੁਣਾ ਜ਼ਿਆਦਾ ਪਿਆਰ ਕਰੇ। ਫਿਰ ਅਖੀਰ 'ਚ ਨਾ ਕਿ ਝਿੜਕ ਮਾਰਦੇ ਨੇ, ਪਤਾ ਕੀ ਕਹਿੰਦੇ? ਕਹਿੰਦੇ ਐਸੋ ਜੋ ਨਾ ਮੀਤ, ਜਿਹੜਾ ਮਿੱਤਰ ਇਸ ਤਰ੍ਹਾਂ ਦਾ ਨਹੀਂ, ਤਾਂ ਕਿ ਸੀਸ ਛਾਰ ਡਾਰੀ ਹੈ, ਉਹਦੇ ਸਿਰ 'ਚ ਸਵਾਹ ਪਾਓ, ਕਾਹਦਾ ਮਿੱਤਰ ਹੈ?
तो मैं जिहड़ी अर्ज कर रहा सां, हजूर गुरु नानक साहब सच्चे पातशाह कहंदे जितनियां भी रूहां ने, जितने भी भांडे ने, ये सब उहदे साजे होए ने, उहने अपनी रिहाइश बनाई है, इन्हां दे विच टिकदा है। इसलिए सारियां नाल प्यार करो, सारियां दी इमदाद करो। साडी कौम च एक जमाना सी गुरु काल विच भी किसी सिख नूं कोई काम आण पिया है सरकारे दरबारे माली पक्ष तो, तां ओह मौतबिर सिख नूं दसदा, ਉਹ ਸੰਗਤ ਵਿੱਚ ਖੜਾ ਹੋ ਕੇ ਉਹਦੀ ਸਮੱਸਿਆ ਦੱਸਦਾ। ਸੰਗਤ ਵਿੱਚੋਂ ਹੀ ਕੋਈ ਖੜਾ ਹੋ ਜਾਂਦਾ ਵੀ ਇਹ ਕੰਮ ਇਹਦਾ ਮੈਂ ਕਰਵਾ ਸਕਣਾ, ਮੇਰੀ ਸਰਕਾਰੇ ਦਰਬਾਰੇ ਪਹੁੰਚ ਹੈ, ਫਲਾਣਾ ਇਹਦਾ ਜਿਹੜਾ ਕੰਮ ਹੈ ਫਲਾਣੀ ਥਾਂ ਤੇ, ਉਹਦਾ ਸਾਰੇ ਮਸਲੇ ਉੱਥੇ ਹੱਲ ਹੋ ਜਾਂਦੇ ਸਨ। ਇਹ ਸਾਡੇ 'ਚ ਇੱਕ ਪਰੰਪਰਾ ਸੀ ਸਿੱਖਾਂ 'ਚ, ਜਿਹਨੂੰ ਦੁਬਾਰਾ ਬਹਾਲ ਕਰਨ ਦੀ ਜ਼ਰੂਰਤ ਹੈ। ਜੈਨ ਮਤ ਵਿੱਚ ਅੱਜ ਵੀ ਹੈ, ਤੁਹਾਨੂੰ ਜੈਨੀਆਂ ਵਿੱਚ ਕੋਈ ਗਰੀਬ ਨਹੀਂ ਮਿਲੇਗਾ। ਤੂੰ ਪੁੱਛਿਆ ਵੀ ਕੀ ਕਰਦੇ ਹੋ, ਕਹਿੰਦੇ ਵੀ ਇਦਾਂ ਹੀ ਕਰਨੇ ਆ, ਉਹਦਾ ਕਾਰੋਬਾਰ ਸ਼ੁਰੂ ਕਰਾ ਦਿੰਦੇ ਆ, ਜੇ ਮੋੜਨ ਜੋਗਾ ਹੋਵੇ ਮੋੜ ਦਿੰਦਾ, ਨਾ ਮੋੜਨ ਜੋਗਾ ਹੋਵੇ ਨਾ ਸੀ ਉਹਨੂੰ ਚੁੱਕ ਕੇ ਬਰਾਬਰ ਕਰ ਦਿੰਦੇ ਆ। ਇਹ ਉਹਨਾਂ ਨੇ ਕਾਪੀ ਤੇ ਸਿੱਖਾਂ ਦੀ ਕੀਤੀ ਹੈ, ਪਰ ਸਾਡੇ ਵਿੱਚੋਂ ਹੌਲੀ ਹੌਲੀ ਉਹ ਨਦਾਰਦ ਹੋ ਗਈ ਹੈ। ਇਹ ਸਾਰੇ ਉਹਦੇ ਘਰ ਨੇ, ਉਹਦੀ ਰਿਹਾਇਸ਼ ਹੈ। ਇਸ ਲਈ ਅਸੀਂ ਸਾਰਿਆਂ ਦਾ ਸਤਿਕਾਰ ਕਰੀਏ, ਸਾਰਿਆਂ ਨੂੰ ਪਿਆਰ ਕਰੀਏ। ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਇਂਦਾ, ਨੌ ਘਰ ਥਾਪੇ ਥਾਪਣ ਹਾਰੈ, ਦਸਵੇਂ ਵਾਸਾ ਅਲਖ ਅਪਾਰੈ। ਇਹ ਜਿਹੜਾ ਸਾਡਾ ਸਰੀਰ ਹੈ ਸਾਧ ਸੰਗਤ ਜੀ, ਇਹਦੇ ਵਿੱਚ 9 ਦਰਵਾਜ਼ੇ ਪ੍ਰਗਟ ਨੇ। ਉਹਨਾਂ ਨੂੰ ਤੁਸੀਂ ਪੜ੍ਹਦੇ ਹੋ ਰੋਜ਼, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜਦੋਂ ਮਹਾਰਾਜ 9 ਦਰਵਾਜ਼ਿਆਂ ਦੀ ਗੱਲ ਕਰਦੇ ਨੇ, ਉਦੋਂ 2 ਕੰਨ, 2 ਅੱਖਾਂ, 2 ਨਾਸਕਾ, 6 ਰਸਨਾ, ਮੁਖਾਰਬਿੰਦ, 7 ਇਸੇ ਤਰ੍ਹਾਂ ਸਾਧ ਸੰਗਤ ਜੀ ਗੁੱਦਾ ਤੇ ਗੁਪਤਾਂਗ ਆਦਿ 9 ਹੋ ਜਾਂਦੇ ਨੇ। ਅੱਛਾ, ਫਿਰ ਇਹਨਾਂ ਨੂੰ 2 ਹਿੱਸਿਆਂ 'ਚ ਡਿਵਾਈਡ ਕੀਤਾ, ਕਰਮ ਇੰਦਰੇ ਤੇ ਗਿਆਨ ਇੰਦਰੇ। ਲਾਸਟ ਟਾਈਮ ਗੁਰਮੁਖ ਪਿਆਰਿਆਂ ਨਾਲ ਵਿਚਾਰ ਵੀ ਹੋਈ ਸੀ ਇਸ ਵਿਸ਼ੇ ਤੇ। ਕਰਮ ਇੰਦਰੇ ਸਾਡੇ ਪੈਰ ਕਰਮ ਕਰਦੇ ਨੇ, ਚੱਲ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ, ਹੱਥ ਕੰਮ ਕਰਦੇ ਨੇ, ਇਹ ਵੀ ਕਰਮ ਇੰਦਰੇ ਨੇ। ਰਸਨਾ ਬੋਲਦੀ ਹੈ, ਇਹ ਵੀ ਕਰਮ ਕਰਦੀ ਹੈ। ਜਦੋਂ ਕਰਮ ਇੰਦਰੇ ਗਿਣਦੇ ਨੇ ਉਦੋਂ 5 ਕਰਮ ਇੰਦਰੇ ਤੇ 5 ਗਿਆਨ ਇੰਦਰੇ ਨੇ। ਜਦੋਂ ਇਕੱਠੇ ਗਿਣਦੇ ਨੇ ਉਦੋਂ ਇਹ 10 ਵੀ ਹੋ ਜਾਂਦੇ ਨੇ। 9 ਪ੍ਰਗਟ ਨੇ, 10ਵਾਂ ਗੁਪਤ ਹੈ। ਉਹਨੂੰ ਤੁਰਿਆ ਅਵਸਥਾ ਵੀ ਕਿਹਾ ਹੈ, ਉਹਨੂੰ ਚਤੁਰਥ ਪਦ ਵੀ ਕਿਹਾ ਹੈ, ਕਈ ਨਾਂ ਨੇ ਉਹਦੇ, ਅਨਹਦ ਨਾਦ ਵੀ ਕਿਹਾ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਡੂੰਘੀ ਗੱਲ ਕਰ ਰਹੇ ਨੇ। 9 ਘਰ ਥਾਪੇ ਥਾਪਣ ਹਾਰੇ, ਇਹ ਸਰੀਰ ਦੇ ਫਿਰ 9 ਦਰਵਾਜ਼ੇ, 9 ਘਰ, ਔਰ 10ਵੇਂ ਵਾਸਾ ਅਲਖ ਅਪਾਰੈ। ਇੱਕ ਹੋਰ ਸ਼ਬਦ ਹੈ ਇਸ ਭਾਵ ਦਾ ਗੁਰਬਾਣੀ ਵਿੱਚ, ਭਗਤ ਕਬੀਰ ਸਾਹਿਬ ਦਾ। ਉੱਥੇ ਆਪ ਜੀ ਕਹਿੰਦੇ ਨੇ, ਖੱਟ ਨੇਮ ਕਰ ਕੋਠੜੀ ਬਾਂਦੀ। ਇਹ ਜਿਹੜਾ ਸਾਡਾ ਸਰੀਰ ਹੈ ਨਾ ਸੰਗਤ ਜੀ, 5 ਤੱਤ ਤੇ 6ਵਾਂ ਮਨ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨੂੰ ਇਦਾਂ ਐਕਸਪਲੇਨ ਕੀਤਾ ਹੈ, ਖੱਟ ਨੇਮ ਕਰ ਕੋਠੜੀ ਬਾਂਦੀ, 5 ਤੱਤ ਤੇ 6ਵਾਂ ਮਨ, ਇਹ ਇੱਕ ਸਰੀਰ ਰੂਪੀ ਕੋਠੀ ਬਣਾ ਦਿੱਤੀ। ਬਸਤ ਅਨੂਪ ਬੀਚ ਪਾਈ, ਜਿਹਨੂੰ ਉਹ ਬਸਤ ਅਨੂਪ ਬੀਚ ਪਾਈ ਕਹਿੰਦੇ ਨੇ, ਉਹਨੂੰ ਗੁਰੂ ਨਾਨਕ ਸਾਹਿਬ 10ਵੇਂ ਵਾਸਾ ਅਲਖ ਅਪਾਰੇ ਕਹਿੰਦੇ ਨੇ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੈ ਬਾਰ ਨਾ ਲਾਈ। ਪਿਤਾ ਨੇ ਕਿਸੇ ਪੌਸ਼ ਕੌਲਨੀ ਵਿੱਚ ਪਲਾਟ ਲੈ ਕੇ ਪੁੱਤਰ ਵਾਸਤੇ ਕੋਠੀ ਬਣਾਈ, ਬੰਗਲਾ ਬਣਾਇਆ, ਖਿੜਕੀਆਂ, ਦਰਵਾਜ਼ੇ ਸਭ, ਬਾਉਂਡਰੀ ਵਾਲ, ਗੇਟ, ਪਹਿਰੇਦਾਰ, ਔਰ ਸਾਰਿਆਂ ਨੂੰ ਲੋਕ ਲਾ ਦਿੱਤਾ ਵੀ ਫਲਾਂ ਤਰੀਕ ਨੂੰ ਸਮਾਜ ਦੇ ਸਾਹਮਣੇ ਬੱਚੇ ਨੂੰ, ਬੇਟੇ ਨੂੰ ਗਿਫਟ ਕਰਨਾ। ਔਰ ਇਸ ਤਰ੍ਹਾਂ ਨਿਰੰਕਾਰ ਨੇ ਸਰੀਰ ਰੂਪੀ ਇੱਕ ਕੋਠੀ, ਇੱਕ ਬੰਗਲਾ ਬਣਾ ਕੇ ਸਾਨੂੰ ਗਿਫਟ ਕੀਤਾ। ਇਹ ਬੇਸ਼ਕੀਮਤੀ ਹੈ, ਇਹ ਸਧਾਰਨ ਖੇਡ ਨਹੀਂ। ਹੁਣ ਤੇ 84 ਲੱਖ ਜੂਨਾਂ ਤੇ ਵੀ ਕਿੰਤੂ ਪ੍ਰੰਤੂ ਹੈ, ਪਰ ਹੁਣ ਜਿਹੜੇ ਸਾਡੇ ਸਾਹਮਣੇ ਜੀਵ ਵਿਚਰ ਰਹੇ ਨੇ, ਪੰਛੀ ਉੱਡ ਰਹੇ ਨੇ, ਪਸ਼ੂ, ਉਹਨਾਂ ਤੋਂ ਇਨਕਾਰ ਕਿਵੇਂ ਕਰ ਦਈਏ? ਜੂਨਾਂ ਤੇ ਹੈਗੀਆਂ ਹੀ ਨੇ। ਕਰੈਕਟ 84 ਲੱਖ ਨਾ ਸਹੀ, ਉਹ 85 ਵੀ ਹੋ ਸਕਦੀਆਂ ਨੇ, 83 ਵੀ ਹੋ ਸਕਦੀਆਂ ਨੇ। ਚਲੋ ਇਹ ਤੇ ਗੱਲ ਮੰਨੀ, ਪਰ ਇਹ ਜੂਨਾ ਹੈ ਹੀ ਨਹੀਂ, ਇਹ ਕਿੱਦਾਂ ਐਕਸੈਪਟ ਕਰ ਲਈਏ? ਅਸੀਂ ਨੰਗੀ ਅੱਖ ਨਾਲ ਰੋਜ਼ ਦੇਖਦੇ ਹਾਂ। ਜੋ ਲੀਲਾ ਇਨਸਾਨ ਵਾਸਤੇ ਨਿਰੰਕਾਰ ਨੇ ਬਣਾਈ ਹੈ, ਉਹ ਕਿਸੇ ਹੋਰ ਜੀਵ ਦੇ ਹਿੱਸੇ ਨਹੀਂ ਆਈ। ਮੈਨੂੰ ਖਿਮਾ ਕਰਨਾ।
इसलिए अवर जोन तेरी पनहारी, इस धरती मैं तेरी सिकदारी। 84 ਲੱਖ ਜੂਨਾਂ ਦਾ ਤੈਨੂੰ ਸਰਦਾਰ ਬਣਾਇਆ। ਇਹ ਬੇਸ਼ਕੀਮਤੀ ਸਰੀਰ ਦਿੱਤਾ ਹੈ। ਖੱਟ ਨੇਮ ਕਰ ਕੋਠੜੀ ਬਾਂਦੀ, ਬਸਤ ਅਨੂਪ ਬੀਚ ਪਾਈ। ਕੁੰਜੀ ਕੁਲਫ ਜੰਦਰਾ ਤੇ ਕੁੰਜੀ, ਤਾਲਾ ਤੇ ਚਾਬੀ। ਪ੍ਰਾਣ ਕਰ ਰੱਖੇ। ਇਹਦੇ ਵਿੱਚ ਜਿਹੜੇ ਪ੍ਰਾਣ ਨੇ ਨਾ, ਇਹ ਸਰੀਰ ਸਾਡੇ 5 ਨੇ ਨਾ ਸਾਧ ਸੰਗਤ ਜੀ। ਬਾਹਰਲਾ ਜਿਹੜਾ ਸਰੀਰ ਹੈ, ਸਕਿਨ ਹੈ, ਇਹਨੂੰ ਅੰਨਮਈ ਕੋਸ਼ ਕਹਿੰਦੇ ਨੇ। ਫਿਰ ਇਹਦੂ ਥੱਲੇ ਪ੍ਰਾਣਮਈ ਕੋਸ਼ ਹੈ। ਇਸ ਤਰ੍ਹਾਂ ਸੂਖਸ਼ਮ ਸਰੀਰ ਥੱਲੇ ਹੋਰ ਨੇ। ਤੋ ਪ੍ਰਾਣਾਂ ਦਾ ਹੀ ਤਾਲਾ ਲਗਾ ਦਿੱਤਾ, ਪ੍ਰਾਣਾਂ ਦੀ ਹੀ ਚਾਬੀ ਬਣਾ ਦਿੱਤੀ। कुंजी कुल्फ, कुंजी मैंने चाबी, कुल्फ मैंने जंदरा, ताला लॉक। प्राण कर रखे और करते बाहर ना लाई। ये करन लग्या कोई देर भी नहीं लाई। हुण तू की कर, कोई व्यक्ति अपने बच्चे नूं गिफ्ट करे, उहदे च फर्नीचर भी होवे, उहदे च कुछ उहदे खर्च वास्ते ज्वैलरी भी होवे, कुछ नगदी कैश भी होवे, उहनूं चाबियां सौंपदा ते ओह कहिंदा भी हुण इहदा ध्यान तू रखना है, चोर चोरी ना कर लैण। अब मन जागत रहो रे भाई। हे मन, हुण ये जिहड़ा शरीर रूपी कोठी जिहदे विच सारा कुछ तैनूं उहने रख के दिता है, इहदी राखी तूं करनी। और राखी वो करदा जिहड़ा जागदा होवे, सुता होया राखी नहीं कर सकदा। गाफल होए कै जन्म गवायो, चोर मुस्से कर आई। जे कोई गाफलता दी नींद विच सौ जाए, देखो एक तो शरीरक नींद है जिहड़ी मैं तुसीं असीं सारे लैंदे आ, एक गाफलता दी नींद है। गाफलता मीनस मनुख नूं ये पता ही ना होवे मैं कौन हाँ, कित्थों आया वां, मेरे जीवन का प्रयोजन की है। ये गाफलता दी नींद है। जे कोई गाफलता दी नींद विच सौ जाए तो उहदे अंदरों फिर रास पूंजी वकार लुट लैंदे ने। चोर मुस्से घर आई, और फिर वो घर वाला बच्चा पिता नूं आखे, पिता जी चिंता क्यों करदे हो, गार्ड ते तुसीं रख के दिते ने। असीं कहिए जी आ कन्न अखां नासिका ये गार्ड ने, ये ते पहरेदार ने, चोरी किवें हो जाएगी। तो हजूर कहन लगे, पंच पैरुआ दर में रहते तिनका नहीं पतियारा। इन्हां दा विश्वास ना कर। कदी कदी पहरेदार चोरां नाल मिल जांदे ने, इसलिए कदी कदी पहरेदारां ते भी पहरेदारी करनी पैंदी है। उन्हां नूं कहना पैंदा भी मैं चलिया 2 दिन आउट ऑफ स्टेशन, पर जाना नहीं हुंदा। घंटे अद्धे घंटे बाद ही भेस बदल के नेड़े तेड़े विचरना भी ये मेरी गैर हाज़री दरअसल करदे की ने। पहरेदारां ते भी पहरेदारी बड़ी जरूरी है, क्योंकि हुण ते उन्हां काम खराब चोर नहीं करते जिन्ना पहरेदार कर देंदे ने। किमा करना। पंच पैरुआ दर में रहते तिनका नहीं पतियारा, चेत सुचेत चेत होए रो तौलै प्रकाश उजियारा। अंदरों खबरदार होवेगा ते तां अपने घर नूं बचाएगा। नौ घर देख जो कामन भूली, बस्त अनूप ना पाई। 10वें वासा अलख अपार है। 9 घर देख जो कामन भूली। जेड़ी जीव स्त्री 9 दरवाजियां च खचत हो गई ना, कन्नां नाल सारा दिन निंदा सुननी, लचड़ गीत सुनने, अखां नाल अखां दा भी दुरुपयोग करना, रसना दा भी दुरुपयोग करना, सारे इंद्रियां दा दुरुपयोग करना। ਜਿਹੜਾ ਇਹਨਾਂ 9 ਦਰਵਾਜ਼ਿਆਂ ਵਿੱਚ ਖਚਤ ਹੋ ਗਿਆ ਹੈ, ਜਿਹੜਾ ਇਹਨਾਂ ਨੂੰ ਲਗਾਮ ਨਹੀਂ ਲਾ ਸਕਿਆ। ਅੱਛਾ, ਕੀ ਅੱਖਾਂ ਜਦੋਂ ਪਰਾਇਆ ਰੂਪ ਤੱਕਦੀਆਂ ਨੇ ਤ੍ਰਿਪਤ ਹੁੰਦੀਆਂ ਨੇ? ਜਿੰਨਾ ਤੱਕਦੀਆਂ ਨੇ ਭਾਂਬੜ ਓਨਾ ਜ਼ਿਆਦਾ ਮੱਚਦਾ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਦੂਜਿਆਂ ਦੀ ਨਿੰਦਾ ਤੇ ਆਪਣੀ ਉਸਤਤ ਸੁਣ ਲਈ ਕੰਨ ਤਰਸਦੇ ਰਹਿੰਦੇ ਨੇ। अच्छा, तुसी बड़ी बार पौड़ी सुनी होगी, उस्तत निंदा कान सुन रोवण ते हासे। की अर्थ करोगे रोवण ते हासे दे? कान रोना भी सुनना चाहते ने, हसना भी सुनना चाहते ने। पता की अर्थ ने? अपनियां दे हासे ते विरोधियां दे रोने सुन लई कान तरसदे ने। दुश्मन रोंदा ही रवे ते चंगा है। सादी जीभ ना रजिया कर भोग बलासे, रज ना कोई जीविया कूड़े प्रवासे। ये तो इस तरह की आगे जिन्नियां लकड़ां पाइए भांबड़ उन्ना होर मचदा। इसलिए पाई इन्हां ते काबू, संजम। 9 घर देख जो कामन भूली, बस्त अनूप ना पाई। कहो कबीर नवें घर मूसै, 10वें तत्त समाई।
ਮੈਂ ਇਹਨੂੰ ਸੌਖੇ ਢੰਗ ਨਾਲ ਬੇਨਤੀ ਕਰਨਾ ਹੁੰਦਾ ਵੀ ਤੁਹਾਡੇ ਇੱਥੇ ਤੇ ਸਿਸਟਮ ਹੋਰ ਹੈ, ਆਪਣੇ ਉੱਥੇ ਜਿਹੜੇ ਨਵੇਂ ਘਰ ਬਣਾਉਂਦੇ ਨੇ ਇੱਕ ਸਮਰਸੀਬਲ ਵੀ ਲਾ ਦਿੰਦੇ ਨੇ ਛੋਟਾ ਜਿਹਾ, 1 ਹਾਊਸ ਪਾਵਰ ਦੀ ਮੋਟਰ, 2 ਹਾਊਸ ਪਾਵਰ ਦੀ ਮੋਟਰ, ਉੱਪਰ ਟੈਂਕੀ ਰੱਖੀ ਹੁੰਦੀ ਦੂਜੀ ਤੀਜੀ ਮੰਜ਼ਲ ਤੇ। ਉਹ ਕਹਿੰਦੇ ਜੀ ਮੋਟਰ ਚਲਾਈਏ 2-3 ਘੰਟੇ ਹੋ ਗਏ ਨੇ ਟੈਂਕੀ ਭਰਦੀ ਵੀ ਨਹੀਂ ਪਈ। ਉਹ ਸਿਆਣਾ ਕਹਿਣ ਲੱਗਾ ਸਾਰੇ ਬਾਥਰੂਮਾਂ 'ਚ ਕਿਚਨ 'ਚ ਜਾ ਕੇ ਵੇਖ ਤੇ ਸਹੀ। ਜਦੋਂ ਵੇਖਿਆ ਸਾਰੀਆਂ ਟੂਟੀਆਂ ਖੁੱਲੀਆਂ ਹੋਈਆਂ। ਤੇ ਉਹ ਕਹਿੰਦਾ ਟੈਂਕੀ ਓਵਰਫਲੋ ਕਿਵੇਂ ਕਰੇ? ਦਸਮ ਵਿੱਚ ਉਹ ਹੀ ਪਹੁੰਚੇਗਾ ਜਿਹੜਾ 9 ਟੂਟੀਆਂ ਕੁੱਟ ਕੇ ਬੰਦ ਕਰ ਲਏਗਾ। ਕੀ ਵੇਖਣਾ ਹੈ ਕੀ ਨਹੀਂ ਵੇਖਣਾ, ਕੀ ਸੁਣਨਾ ਹੈ ਕੀ ਨਹੀਂ ਸੁਣਨਾ, ਕੀ ਬੋਲਣਾ ਹੈ ਕੀ ਨਹੀਂ ਬੋਲਣਾ, ਕੀ ਖਾਣਾ ਹੈ ਕੀ ਨਹੀਂ, ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ, ਕੀ ਕਰਨਾ ਹੈ ਕੀ ਨਹੀਂ ਕਰਨਾ। ਹੁਣ ਥੋੜਾ ਜਿਹਾ ਸੱਚ ਬੋਲ ਲਿਆ, ਥੋੜਾ ਜਿਹਾ ਝੂਠ ਵੀ ਬੋਲ ਲਿਆ, ਧਰਮ ਦੀ ਕਿਰਤ ਵੀ ਕਰ ਲਈ, ਬੇਈਮਾਨੀ ਵੀ ਕਰ ਲਈ। ਹੁਣ ਇਸ ਤਰ੍ਹਾਂ ਦਾ ਬੰਦਾ ਕਿੱਥੇ ਪਹੁੰਚੇਗਾ ਜੀ? ਸੀੜੀਆਂ ਚੜ੍ਹ ਰਿਹਾ ਹੈ, 2 ਸੀੜੀਆਂ ਚੜ੍ਹ ਜਾਂਦਾ, 2 ਸੀੜੀਆਂ ਉਤਰ ਜਾਂਦਾ, ਫਿਰ 2 ਸੀੜੀਆਂ ਚੜ੍ਹ ਜਾਂਦਾ, 2 ਉਤਰ ਜਾਂਦਾ। ਪੁੰਨ ਵੀ ਕਰਨੇ ਨੇ, ਪਾਪ ਵੀ ਕਰੀ ਜਾਣੇ ਨੇ, ਸੱਚ ਵੀ ਬੋਲਣਾ, ਝੂਠ ਵੀ ਬੋਲੀ ਜਾਣਾ, ਧਰਮ ਦੀ ਕਿਰਤ ਵੀ ਕਰਨੀ ਹੈ, ਦਾ ਲੱਗੇ ਤੇ ਬੇਈਮਾਨੀ ਵੀ ਕਰ ਲੈਣੀ ਹੈ, ਮਿੱਠਾ ਵੀ ਬੋਲਣਾ ਹੈ, ਔਰ ਕਦੀ ਕਦੀ ਇੰਨਾ ਬੋਲਣਾ ਵੀ ਅਗਲੇ ਨੂੰ ਰੋਣਾ ਕਈ ਕਰ ਦੇਣਾ, ਇੰਨਾ ਕੌੜਾ ਬੋਲਣਾ। ਥੋੜਾ ਜਿਹਾ ਅੱਗੇ ਨੂੰ, ਥੋੜਾ ਜਿਹਾ ਪਿੱਛੇ ਨੂੰ, ਥੋੜਾ ਜਿਹਾ ਅੱਗੇ ਨੂੰ, ਥੋੜਾ ਜਿਹਾ ਪਿੱਛੇ। ਫਿਰ ਅਸੀਂ ਕਹਿੰਦੇ ਹਾਂ ਗੱਲ ਨਹੀਂ ਬਣਦੀ। ਹੁਣ ਗੱਲ ਕਿਵੇਂ ਬਣੇ? ਤੈਨੂੰ ਤੇ ਖੁਦ ਨੂੰ ਆਪਣੇ ਕਰਮ ਦਾ ਪਤਾ ਨਹੀਂ। ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ। ਯਾਰ ਮੈਂ ਬੜਾ ਪਾਠ ਕਰਨਾ, ਬਾਣੀ ਪੜ੍ਹਨਾ, ਮੇਰਾ ਭਲਾ ਨਹੀਂ ਹੁੰਦਾ। ਹਜ਼ੂਰ ਕਹਿੰਦੇ ਤੈਨੂੰ ਆਪਣੀ ਬੈਕਗਰਾਉਂਡ ਦਾ ਕੀ ਪਤਾ? ਕੋਈ ਫਸਲ ਸਾਲ ਬਾਅਦ ਤਿਆਰ ਹੁੰਦੀ ਹੈ, 2 ਸਾਲ ਬਾਅਦ। ਬਹੁਤ ਸਾਰੀਆਂ ਐਸੀਆਂ ਫਸਲਾਂ ਨੇ ਇਮਲੀ ਵਰਗੀਆਂ, ਮਹਿੰਦੀ ਵਰਗੀਆਂ, ਜਿਹੜੀਆਂ 20-20, 30-30, 25-25 ਸਾਲ ਲੈ ਜਾਂਦੀਆਂ। ਹੁਣ ਤੂੰ ਕਰਮ ਬੀਜਿਆ ਪਾਇਆ ਹੈ ਤੇ ਹੁਣ ਉਹ ਪਤਾ ਨਹੀਂ ਕਦੋਂ ਉੱਗਣਾ, ਅਗਲੇ ਜਨਮ ਵਿੱਚ ਪ੍ਰਗਟ ਹੋ ਜਾਣਾ, ਉਦੋਂ ਅੱਗੇ ਹੋ ਜਾਣਾ। ਔਰ ਤੁਸੀਂ ਕਹੋ ਵੀ ਇਹ ਕੁਛ ਨਹੀਂ ਜੀ, ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਕੋਈ ਅਗਲਾ ਜਨਮ ਨਹੀਂ, ਕੋਈ ਪਿਛਲਾ ਨਹੀਂ। ਮੈਂ ਤੇ ਫਿਰ ਕਹਿੰਦਾ ਫਿਰ ਵਕਤ ਨੂੰ ਕਿਉਂ ਫੜੇ ਹੋਏ ਆ? ਨਹੀਂ ਭਾਈ, ਇਹਦੇ ਸਭ ਕੁਛ ਹੈ। ਤੋ ਕਰਮ ਕਦੋਂ ਬੀਜੇ ਸਨ, ਬੀਜਣ ਵਾਲੇ ਨੂੰ ਵੀ ਭੁੱਲ ਗਿਆ, ਪਰ ਜਿਹੜੀ ਜ਼ਮੀਨ ਦੇ ਵਿੱਚ ਦਾਣਾ ਉੱਗ ਪਿਆ ਉਹ ਨਹੀਂ ਨਾ ਭੁੱਲਦਾ। ਉਹਨੇ ਤੇ ਸਮੇਂ ਨਾਲ ਉੱਗਣਾ ਹੈ, ਉਹਨੂੰ ਫਲ ਵੀ ਪੈਣਾ ਹੈ। ਔਰ ਹੋਰ ਸੁਣੋ, ਅਸੀਂ ਜ਼ਮੀਨ ਦੇ ਵਿੱਚ ਕੋਈ ਰੁੱਖ ਲਾ ਦਈਏ, ਕੋਈ ਜ਼ਰੂਰੀ ਨਹੀਂ ਅਸੀਂ ਫਲ ਖਾਈਏ, ਕੋਈ ਦੂਜਾ ਖਾਏਗਾ, ਪਰ ਜਿਹੜੇ ਅਸੀਂ ਸਰੀਰ ਨਾਲ ਕਰਮ ਕਰਨੇ ਆ, ਉਹ ਜਿਹੜਾ ਬੀਜਦਾ ਉਸੇ ਨੂੰ ਖਾਣੇ ਪੈਂਦੇ ਨੇ। ਅੰਬਾਂ ਦਾ ਬੂਟਾ ਮੈਂ ਲਾਇਆ, ਜ਼ਰੂਰੀ ਨਹੀਂ ਮੈਂ ਖਾਵਾਂ, ਮੈਂ ਗੁਜ਼ਰ ਜਾਂ ਕੋਈ ਹੋਰ ਖਾਏਗਾ, ਪਰ ਸਰੀਰ ਨਾਲ ਜਿਹੜਾ ਬੀਜ ਬੀਜਿਆ, ਮੈਂ ਇਸ ਜਨਮ ਵਿੱਚ ਉਹਨੂੰ ਖਾਵਾਂ, ਭਾਵੇਂ ਅਗਲੇ ਜਨਮ, ਉਹ ਮੈਨੂੰ ਹੀ ਖਾਣਾ ਪਵੇਗਾ। ਇਸ ਲਈ ਇਹਦੇ ਨਾਲ ਚੰਗੇ ਕਰਮ ਬੀਜੀਏ। ਸਮਾਂ ਸਮਾਪਤ ਹੈ, ਲਿਹਾਜ਼ਾ ਮੈਂ ਸਮਾਪਤੀ ਦੀ ਆਗਿਆ ਆਪ ਜੀ ਤੋਂ ਲਵਾਂ। ਹਜ਼ੂਰ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਨੇ, 10ਵੇਂ ਵਾਸਾ ਅਲਖ ਅਪਾਰੈ, ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏਂਦਾ। ਜੇ ਮੈਂ ਕਾਹਲੀ ਵਿੱਚ ਇਸ ਪੰਕਤੀ ਦੇ ਅਰਥ ਕਰ ਗਿਆ ਤੇ ਬਾਤ ਨਹੀਂ ਬਣਨੀ, ਇਸ ਲਈ ਇਹਦੀ ਵਿਚਾਰ ਆਪਾਂ ਕੱਲ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੇਅੰਤ ਭੁੱਲਾਂ ਗਲਤੀਆਂ ਵਾਸਤੇ ਮੈਂ ਜਿੱਥੇ ਖਿਮਾ ਦਾ ਜਾਚਕ ਹਾਂ, ਉੱਥੇ ਕੋਟਾਨ ਕੋਟ ਸ਼ੁਕਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਔਰ ਫਿਰ ਇੱਕ ਵਾਰ ਮੈਂ, ਮੇਰਾ ਦਿਲ ਕਰਦਾ ਹੈ ਕਹਿਣ ਤੇ ਵੀ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਬਹੁਤ ਸਾਰੀ ਮਿਹਨਤ ਕਰਕੇ, ਤਰੱਦਤ ਕਰਕੇ ਆਪ ਸੰਗਤਾਂ ਦੇ ਇੱਥੇ ਦਰਸ਼ਨ ਕਰਵਾਏ ਨੇ, ਬਹੁਤ ਬਹੁਤ ਧੰਨਵਾਦ। ਬੇਨਤੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਹਾਰਦਿਕ ਤੌਰ ਤੇ ਖਿਮਾ ਦਾ ਜਾਚਕ ਹਾਂ। ਆਪ ਜੀ ਨੇ ਆਉਣ ਵਾਲੇ ਸਮੇਂ ਵਿੱਚ ਵੀ ਕਿਰਪਾ ਕਰਨੀ, ਅਸੀਸ ਦੇਣੀ, ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਰਹਿਣਾ, ਤਾਂ ਕਿ ਵਿਚਾਰਾਂ ਦਾ ਆਪਾਂ ਸਾਰੇ ਆਨੰਦ ਲੈਂਦੇ ਰਹੀਏ, ਦਾਸ ਨੂੰ ਵੀ ਹੌਸਲਾ ਅਫਜਾਈ ਮਿਲਦੀ ਰਹੇ। ਸੋ ਆਓ ਗੁਰਮੁਖ ਪਿਆਰਿਆਂ ਤੋਂ ਆਨੰਦ ਸਾਹਿਬ ਦਾ ਪਾਠ ਗੁਰੂ ਫਤਿਹ ਦੀ ਸਾਂਝ ਨਾਲ ਆਗਿਆ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ